ਗੁਰ ਇਤਿਹਾਸਕ ਵਿਚਾਰ, ਗੁਰਬਾਣੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜਿਹੇ ਹੋ ਕੇ ਜੁੜਨ ਦਾ ਯਤਨ ਕਰੀਏ। ਅੱਜ ਦੇ ਜੋ ਪਾਵਨ ਬਚਨ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤੇ ਹਨ, ਸਤਿਗੁਰੂ ਮਹਾਰਾਜ ਜੀ ਅੰਮ੍ਰਿਤਮਈ ਬਾਣੀ ਦੇ ਰਾਹੀਂ ਜੋ ਸਾਨੂੰ ਸੰਸਾਰੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਅੰਤਰ ਗਿਆਨ ਨਾ ਆਇਓ, ਮਿਰਤਕ ਹੈ ਸੰਸਾਰ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਜਿੱਥੇ ਅੱਜ ਲੜੀਵਾਰ ਗੁਰਬਾਣੀ ਦੀ ਵਿਚਾਰ ਹੈ, ਉੱਥੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਸਤਿਗੁਰੂ ਜੀ ਦਾ ਜੋਤੀ ਜੋਤ ਸਮਾਵਣ ਦਾ ਦਿਨ ਹੈ। ਗੁਰਬਾਣੀ ਵਿਚਾਰ ਦੇ ਨਾਲ ਗੁਰ ਇਤਿਹਾਸ ਨੂੰ ਵੀ ਜਾਣਨ ਦਾ ਯਤਨ ਕਰਾਂਗੇ। ਅੱਜ ਦੇ ਜੋ ਅੰਮ੍ਰਿਤ ਬਚਨ ਆਪ ਜੀ ਨੇ ਸਰਵਨ ਕੀਤੇ ਨੇ, ਸ਼੍ਰੀ ਰਾਗ ਕੀ ਵਾਰ ਵਿੱਚੋਂ, ਜਿਸ ਵਿੱਚ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੀਸਰੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੇ ਹਨ, ਔਰ ਪੌੜੀ ਰੂਪ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਜੋ ਇਸ ਵਾਰ ਦਾ ਮੂਲ ਪਾਠ ਹੈ ਪੌੜੀ ਰੂਪ ਵਿੱਚ, ਔਰ ਅੱਜ ਦੇ ਇਹ ਅੰਮ੍ਰਿਤਮਈ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 88 ਦੇ ਉੱਪਰ ਸੁਭਾਏਮਾਨ ਹਨ। ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਸ਼ਲੋਕ ਦੀ ਵਿਚਾਰ ਨੂੰ ਸਮਝਣ ਲਈ ਜੋ ਮੂਲ ਵਿਚਾਰ ਹੈ ਇਸ ਵਾਰ ਦੀ ਪੌੜੀ ਰੂਪ ਵਿੱਚ ਸੰਖੇਪ ਦੇ ਅੰਦਰ ਸਮਝ ਕੇ ਚਲੀਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਜ਼ਿਕਰ ਕੀਤਾ ਕਿ ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਧਿਆਇਆ ਹੈ, ਭਾਵ ਜਿਨ੍ਹਾਂ ਨੇ ਸੱਚੇ ਗੁਰੂ ਦਾ ਆਸਰਾ ਲਿਆ, ਉਹ ਕਦੇ ਵੀ ਚਿੰਤਾ ਦੇ ਵਿੱਚ ਦੁਖੀ ਪਰੇਸ਼ਾਨ ਨਹੀਂ ਹੁੰਦੇ, ਉਹ ਕਦੇ ਵੀ ਵਿਕਾਰਾਂ ਦੀ ਅਗਨੀ ਵਿੱਚ ਸੜਦੇ ਨਹੀਂ। ਜਿਨ੍ਹਾਂ ਨੇ ਸਤਿਗੁਰੂ ਨੂੰ ਧਿਆਇਆ ਹੈ, ਉਹ ਸਦਾ ਲਈ ਤ੍ਰਿਪਤ ਹੋ ਜਾਂਦੇ ਨੇ। ਜਿਨ੍ਹਾਂ ਨੇ ਸਤਿਗੁਰੂ ਨੂੰ ਧਿਆਇਆ ਹੈ, ਉਹਨਾਂ ਦੇ ਨੇੜੇ ਜੰਮ ਵੀ ਨਹੀਂ ਆਉਂਦਾ, ਔਰ ਨਾ ਹੀ ਉਹਨਾਂ ਨੂੰ ਜੰਮ ਦਾ ਡਰ ਸਤਾਉਂਦਾ ਹੈ। ਜਿਹਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਈ, ਔਰ ਜਿਹੜੇ ਸਤਿਗੁਰੂ ਜੀ ਦੇ ਚਰਨੀ ਆ ਕੇ ਪੈ ਗਏ, ਉਹਨਾਂ ਦੇ ਮੁਖ ਲੋਕ ਔਰ ਪਰਲੋਕ ਦੇ ਵਿੱਚ ਉਜਲ ਹੁੰਦੇ ਹਨ। ਇਸੇ ਹੀ ਪੌੜੀ ਦੇ ਰੂਪ ਵਿੱਚ ਜੋ ਵਿਚਾਰ ਨੂੰ ਆਪਾਂ ਸੰਖੇਪ ਵਿੱਚ ਸਮਝਿਆ, ਧੰਨ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ
ਸ਼ਲੋਕ ਦੇ ਰਾਹੀਂ ਸਮਝਾਉਣ ਦਾ ਯਤਨ ਕਰਦੇ ਨੇ। ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨ ਕੀਤੋ ਵਿਚਾਰ। ਗੁਰੂ ਰਾਮਦਾਸ ਮਹਾਰਾਜ ਜੀ ਨੇ ਪੌੜੀ ਰੂਪ ਵਿੱਚ ਸਮਝਾਇਆ ਕਿ ਜਿਨ੍ਹਾਂ ਨੇ ਸਤਿਗੁਰੂ ਨੂੰ ਧਿਆਇਆ ਹੈ, ਸਤਿਗੁਰੂ ਜੀ ਦਾ ਆਸਰਾ ਲਿਆ, ਉਹਨਾਂ ਨੂੰ ਜੰਮ ਦਾ ਡਰ ਵੀ ਨਹੀਂ ਸਤਾਉਂਦਾ। ਤੇ ਇੱਧਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਸਤਿਗੁਰੂ ਨੂੰ ਸਿਮਰਿਆ ਹੀ ਨਹੀਂ, ਜਿਨ੍ਹਾਂ ਨੇ ਸਤਿਗੁਰੂ ਜੀ ਦਾ ਆਸਰਾ ਲਿਆ ਹੀ ਨਹੀਂ, ਜਿਹੜੇ ਸਤਿਗੁਰੂ ਜੀ ਦੇ ਮੁਤਾਬਕ ਆਪਣਾ ਜੀਵਨ ਨਹੀਂ ਜਿਉਂਦੇ ਔਰ ਸ਼ਬਦ ਨਾਲ ਜੁੜ ਕੇ ਜਿਨ੍ਹਾਂ ਨੇ ਆਪਣੇ ਜੀਵਨ ਦੀ ਵਿਚਾਰ ਕੀਤੀ ਨਹੀਂ, ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ ਉਹਨਾਂ ਦੇ ਅੰਦਰ ਫਿਰ ਗਿਆਨ ਨਹੀਂ, ਸੋਝੀ ਨਹੀਂ। ਤੇ ਜਿਨ੍ਹਾਂ ਨੂੰ ਆਪਣੇ ਆਪੇ ਦੀ ਸੋਝੀ ਨਹੀਂ, ਉਹ ਸੰਸਾਰ ਦੇ ਤਲ ਉੱਤੇ ਭਾਵੇਂ ਜਿਉਂਦੇ ਹੋਣਗੇ, ਪਰ ਧਾਰਮਿਕ ਅਵਸਥਾ ਵਿੱਚ ਪਰਮਾਰਥ ਦੇ ਰਾਹ ਦੇ ਵਿੱਚ ਵੇਖਾਂਗੇ ਤੇ ਉਹ ਮਿਰਤਕ ਨੇ, ਉਹ ਮੁਰਦੇ ਨੇ। ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਰਾਹੀਂ ਵਿਚਾਰ ਕੇ ਨਾ ਆਪਣੇ ਆਪ ਨੂੰ ਜਾਣਿਆ ਔਰ ਨਾ ਪਰਮੇਸ਼ਵਰ ਨੂੰ ਜਾਣਿਆ, ਉਹ ਗਿਆਨ ਤੋਂ ਹੀਣੇ ਸਭ ਜੀ ਕਹਿੰਦੇ ਮਿਰਤਕ ਹੁੰਦੇ ਨੇ। ਜਾਂ ਅੰਮ੍ਰਿਤਮਈ ਬਾਣੀ ਵਿੱਚ ਮਿਰਤਕ ਮੁਰਦਾ ਉਹਨਾਂ ਨੂੰ ਆਖਿਆ ਹੈ ਜਿਨ੍ਹਾਂ ਦੀ ਸੰਸਾਰ ਨਾਲ ਤਾਂ ਪ੍ਰੀਤ ਹੈ ਪਰ ਨਿਰੰਕਾਰ ਦੇ ਨਾਲ ਪ੍ਰੀਤ ਨਹੀਂ। ਮਿਰਤਕ ਕਹੀਐ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਜਿਨ੍ਹਾਂ ਦੀ ਪਰਮੇਸ਼ਵਰ ਦੇ ਨਾਲ ਪ੍ਰੀਤ ਨਹੀਂ, ਮਹਾਰਾਜ ਕਹਿੰਦੇ ਮਿਰਤਕ ਕਹੀਐ ਨਾਨਕਾ, ਉਹ ਮਿਰਤਕ ਨੇ, ਉਹ ਅੰਦਰੋਂ ਮੁਰਦੇ ਨੇ। ਇਨਸਾਨੀਅਤ ਤਲ ਤੇ ਉਹ ਅੰਦਰੋਂ ਮੁਰਦੇ ਹਨ, ਪਰ ਜੇ ਬਾਹਰੀ ਤੌਰ ਤੇ ਵੇਖੋਗੇ ਤੇ ਉਹ ਬੜੇ ਸੁੰਦਰ ਨੇ, ਬੜੀ ਉੱਚੀ ਕੁੱਲ ਵਾਲੇ ਲੱਗਣਗੇ, ਧਨਵੰਤ ਨੇ, ਲੋਕ ਉਹਨਾਂ ਨੂੰ ਬੜਾ ਮਹਾਨ ਕਹਿੰਦੇ ਨੇ। ਪਰ ਜੇ ਤੁਸੀਂ ਅਧਿਆਤਮਕ ਜੀਵਨ ਵੇਖੋਗੇ ਤੇ ਉਹ ਮਿਰਤਕ ਰੂਪ ਵਿੱਚ ਨੇ। ਸਤਿਗੁਰ ਜਿਨੀ ਨਾ ਸੇਵਿਓ, ਜਿਨ੍ਹਾਂ ਨੇ ਸਤਿਗੁਰੂ ਨੂੰ ਨਹੀਂ ਸਿਮਰਿਆ, ਸ਼ਬਦ ਨਾ ਕੀਤੋ ਵਿਚਾਰ, ਤੇ ਸ਼ਬਦ ਨਾਲ ਜੁੜ ਕੇ ਵਿਚਾਰ ਨਹੀਂ ਕੀਤੀ, ਆਪਣੇ ਆਪ ਨੂੰ ਸਮਝਣ ਦਾ ਔਰ ਨਿਰੰਕਾਰ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਅੰਤਰ ਗਿਆਨ ਨਾ ਆਇਓ, ਉਹਨਾਂ ਅੰਦਰ ਗਿਆਨ ਨਹੀਂ ਆਇਆ, ਉਹਨਾਂ ਨੂੰ ਸੋਝੀ ਨਹੀਂ ਆਈ, ਉਹਨਾਂ ਨੂੰ ਸਮਝ ਨਹੀਂ ਆਈ। ਤੇ ਜਿਨ੍ਹਾਂ ਨੂੰ ਗਿਆਨ ਅੰਦਰ ਪ੍ਰਾਪਤ ਨਹੀਂ ਹੋਇਆ, ਮਿਰਤਕ ਹੈ ਸੰਸਾਰ, ਉਹ ਸੰਸਾਰ ਦੇ ਵਿੱਚ ਮਿਰਤਕ ਨੇ, ਮੁਰਦੇ ਨੇ। ਉਹ ਗੁਰੂ ਅਮਰਦਾਸ ਮਹਾਰਾਜ ਜੀ ਇਹ ਸਮਝਾਉਂਦੇ ਹਨ। 184 ਫੇਰ ਪਿਆ, ਮਰ ਜੰਮੈ ਹੋਏ ਖੁਆਰ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ ਕਿ ਜਿਹੜੇ ਸੰਸਾਰ ਵਿੱਚ ਮਾਨਸਿਕ ਤਲ ਉਤੇ, ਇਨਸਾਨੀਅਤ ਦੇ ਤਲ ਤੇ ਮਿਰਤਕ ਨੇ, 184 ਫੇਰ ਪਿਆ। ਇਹ 84 ਲੱਖ ਵਾਲਾ ਫੇਰ ਦੁਬਾਰਾ ਪੈ ਗਿਆ। ਤੇ ਜਿਨ੍ਹਾਂ ਨੂੰ ਇਹ ਫੇਰਾ ਦੁਬਾਰਾ ਪੈ ਗਿਆ, ਮਰ ਜੰਮੈ ਹੋਏ ਖੁਆਰ, ਇਹ ਫਿਰ ਮਰ ਕੇ ਜੰਮਦੇ ਨੇ ਔਰ ਜੰਮ ਕੇ ਮਰਦੇ ਨੇ। ਇਹ ਖੁਆਰੀ ਇਹਨਾਂ ਦੇ ਜੀਵਨ ਵਿੱਚ ਬਣੀ ਰਹਿੰਦੀ ਹੈ। ਸਰੀਰ ਕਰਕੇ ਜੰਮਣਾ, ਸਰੀਰ ਕਰਕੇ ਮਰਨਾ। ਔਰ ਫੇਰ ਦਾ ਅਰਥ ਹੈ ਫੇਰਾ। ਤੇ ਫੇਰਾ ਕਿਹਨੂੰ ਪੈ ਗਿਆ? ਸਾਡੇ ਆਤਮਿਕ ਜੀਵਨ ਵਿੱਚ।
ਜੋ ਜੀਵ ਆਤਮਾ ਹੈ ਇਹਨੂੰ ਦੁਬਾਰਾ ਫਿਰ ਫੇਰਾ ਪੈ ਗਿਆ। ਪਿਛਲੇ ਸਮੇਂ ਵਿੱਚ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਤੁਹਾਡੇ ਨਾਲ ਸਾਂਝਾ ਕੀਤਾ ਸੀ, ਜਿਹਦੇ ਵਿੱਚ ਕਬੀਰ ਸਾਹਿਬ ਨੇ ਜਿਹੜੀ ਉਦਾਹਰਨ ਦਿੱਤੀ ਹੈ, ਅੱਜ ਦਾ ਵਿਗਿਆਨ ਵੀ ਉਹਨੂੰ ਕੱਟ ਨਹੀਂ ਸਕਦਾ, ਕਿਉਂਕਿ ਗੁਰਬਾਣੀ ਸੱਤ ਹੈ। ਤੇ ਭਾਵੇਂ ਆਉਣ ਵਾਲੇ ਸਮੇਂ ਦੇ ਵਿੱਚ ਵਿਗਿਆਨ ਹੋਰ ਸਿਖਰਾਂ ਤੇ ਪਹੁੰਚ ਜਾਏ, ਪਰ ਉਹ ਗੁਰਬਾਣੀ ਨੂੰ ਝੁਠਲਾ ਨਹੀਂ ਸਕਦਾ। ਗੁਰਬਾਣੀ ਪਹਿਲਾਂ ਵੀ ਸੱਚ ਸੀ, ਅੱਜ ਵੀ ਸੱਚ ਹੈ, ਔਰ ਗੁਰਬਾਣੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚ ਹੈ। ਤੇ ਕਬੀਰ ਜੀ ਨੇ ਆਖਿਆ ਸੀ, ਹੇ ਪ੍ਰਾਣੀ, ਤੇਰੀ ਜ਼ਿੰਦਗੀ ਦਾ ਸਫ਼ਰ ਹੈ ਬੀਜ ਤੋਂ ਫਲ ਤੱਕ ਦਾ। ਤੇਰੀ ਸ਼ੁਰੂਆਤ ਬੀਜ ਤੋਂ ਹੋਈ ਹੈ ਔਰ ਪਹੁੰਚਣਾ ਫਲ ਤੱਕ ਹੈ। ਫਲ ਦਾ ਮਤਲਬ ਇਹ ਮਨੁੱਖਾ ਜਨਮ। ਜਿਸ ਮਨੁੱਖਾ ਜਨਮ ਵਿੱਚ ਤੂੰ ਗੋਬਿੰਦ ਨੂੰ, ਪਰਮੇਸ਼ਵਰ ਨੂੰ ਮਿਲਣਾ ਹੈ, ਤੇ ਜੇ ਇਹ ਫਲ ਇੱਕ ਵਾਰੀ ਡਾਲੀ ਨਾਲੋਂ ਟੁੱਟ ਗਿਆ ਤੇ ਦੁਬਾਰਾ ਇਸ ਡਾਲੀ ਦੇ ਨਾਲ ਇਸ ਫਲ ਨੂੰ ਜੋੜਿਆ ਹੀ ਨਹੀਂ ਜਾ ਸਕਦਾ। ਕਿਵੇਂ ਜੁੜੇਗਾ? ਜਦੋਂ ਉਸ ਫਲ ਵਿੱਚੋਂ ਨਿਕਲਿਆ ਹੋਇਆ ਬੀਜ ਦੁਬਾਰਾ ਮਿੱਟੀ ਵਿੱਚ ਜਾ ਕੇ ਰਲੇਗਾ। ਸ਼ੁਰੂਆਤ ਫਿਰ ਉਸੇ ਤਰ੍ਹਾਂ ਦੁਬਾਰਾ ਬੀਜ ਤੋਂ ਹੋਏਗੀ। ਉਹ ਬੀਜ ਪੁੰਗਰੇਗਾ, ਫਿਰ ਜਾ ਕੇ ਬੂਟਾ ਬਣੇਗਾ, ਫਿਰ ਜਾ ਕੇ ਰੁੱਖ ਬਣੇਗਾ, ਫਿਰ ਜਾ ਕੇ ਕਿਤੇ ਉਹਨੂੰ ਫਲ ਲੱਗੇਗਾ। ਇਹ ਸਫ਼ਰ ਹੈ ਸਾਡੀ ਜ਼ਿੰਦਗੀ ਦਾ। ਤੇ ਜੇ ਇੱਕ ਵਾਰ ਇਹ ਫਲ, ਮਨੁੱਖਾ ਜਨਮ ਵਾਲਾ ਫਲ ਟੁੱਟ ਗਿਆ ਤੇ ਦੁਬਾਰਾ ਸਾਨੂੰ ਇਹ ਜਨਮ ਦੀ ਪ੍ਰਾਪਤੀ ਨਹੀਂ ਹੈ। ਦੁਬਾਰਾ ਫਿਰ ਕੀ ਹੈ? 1,84 ਫੇਰ ਪਿਆ। ਇਸ ਲਈ ਉਹ ਉਦਾਹਰਨ ਜਿਹੜੀ ਕਬੀਰ ਸਾਹਿਬ ਨੇ ਦਿੱਤੀ ਹੈ ਉਹ ਬਿਲਕੁਲ ਸੱਚ ਹੈ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ 12 ਬਾਰ। ਜਿਉਂ ਬੰਨ ਫਲ ਪਾਕੈ, ਭੋਏ ਗਿਰੈ, ਬਹੁਰ ਨਾ ਲਾਗੈ ਡਾਰ। ਬਹੁਰ ਦੁਬਾਰਾ ਨਹੀਂ ਇਹ ਲੱਗਣਾ। ਇਹ ਮਨੁੱਖਾ ਦੇਹੀ ਮਿਲੀ ਹੈ ਗੋਬਿੰਦ ਨੂੰ ਮਿਲਣ ਵਾਸਤੇ, ਤੇ ਗੋਬਿੰਦ ਨੂੰ ਮਿਲਣ ਵਾਸਤੇ ਸਾਨੂੰ ਸਤਿਗੁਰੂ ਰਾਹੀਂ ਗਿਆਨ ਦਿੱਤਾ ਹੈ। ਸਤਿਗੁਰੂ ਦੇ ਰਾਹੀਂ, ਸੱਚੇ ਗੁਰੂ ਦੇ ਰਾਹੀਂ ਸਾਨੂੰ ਸੋਝੀ ਦਿੱਤੀ ਹੈ, ਸਮਝ ਦਿੱਤੀ ਹੈ। ਪਰ ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਜਿਨ੍ਹਾਂ ਨੇ ਸਤਿਗੁਰੂ ਨੂੰ ਸਿਮਰਿਆ ਨਹੀਂ ਔਰ ਸ਼ਬਦ ਨਾਲ ਜੁੜ ਕੇ ਵਿਚਾਰ ਨਹੀਂ ਕੀਤੀ, ਉਹਨਾਂ ਦਾ ਅੰਦਰ ਗਿਆਨ ਤੋਂ ਹੀਣਾ ਹੋ ਗਿਆ। ਤੇ ਜਿਹੜੇ ਗਿਆਨ ਤੋਂ ਹੀਣੇ ਸੀ ਉਹ ਮਿਰਤਕ ਨੇ। ਮਹਾਰਾਜ ਕਹਿੰਦੇ ਜਿਹੜੇ ਇਨਸਾਨੀ ਜਾਮੇ ਵਿੱਚ ਆ ਕੇ ਵੀ ਅੰਦਰੋਂ ਮੁਰਦੇ ਨੇ, 1,84 ਫੇਰ ਪਿਆ। ਉਹਨਾਂ ਦੇ ਜੀਵ ਆਤਮਾ ਨੂੰ, ਜੀਵ ਇਸਤਰੀ ਨੂੰ ਫਿਰ ਦੁਬਾਰਾ ਇਹ 84 ਲੱਖ ਦਾ ਗੇੜ ਪਏਗਾ, ਜਿਹਦੇ ਵਿੱਚ ਮਰ ਜੰਮੇ ਹੋਏ ਖੁਆਰ, ਜਿਹਦੇ ਵਿੱਚ ਉਹ ਜੰਮਦੇ ਮਰਦੇ ਰਹਿਣਗੇ ਔਰ ਇਹ ਖੁਆਰੀ ਉਹਨਾਂ ਦੇ ਪੱਲੇ ਪਈ ਰਹਿੰਦੀ ਹੈ। ਸਤਿਗੁਰ ਕੀ ਸੇਵਾ ਸੋ ਕਰੇ, ਜਿਸਨੂੰ ਆਪ ਕਰਾਏ ਸੋਏ। ਸਤਿਗੁਰ ਵਿੱਚ ਨਾਮ ਨਿਦਾਨ ਹੈ, ਕਰਮ ਪ੍ਰਾਪਤ ਹੋਏ। ਸਤਿਗੁਰ ਕੀ ਸੇਵਾ ਸੋ ਕਰੇ। ਸੋ ਮੈਨੇ ਉਹ ਸਤਿਗੁਰੂ ਦੀ ਸੇਵਾ ਵਿੱਚ ਉਹੀ ਜੁੜਦੇ ਨੇ ਜਿਸ ਨੂੰ ਆਪ ਕਰਾਏ ਸੋਏ। ਸੋਏ ਮੈਨੇ ਪਰਮੇਸ਼ਵਰ। ਉਹ ਪਰਮੇਸ਼ਵਰ ਜਿਨ੍ਹਾਂ ਤੇ ਆਪ ਤਰੁੱਠ ਕੇ ਕਿਰਪਾ ਕਰਦੇ ਨੇ, ਉਹਨਾਂ ਨੂੰ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਜੁੜਨਾ ਨਸੀਬ ਹੁੰਦਾ ਹੈ। ਉਹ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਪਰਮੇਸ਼ਵਰ ਦੇ ਨਾਮ ਨੂੰ ਸਿਮਰਦੇ ਨੇ। ਇਹ ਜਿਹਦੇ ਉੱਤੇ ਉਹ ਆਪ ਪਰਮੇਸ਼ਵਰ ਕਿਰਪਾ ਕਰਦਾ ਹੈ। ਹੁਣ ਪਰਮੇਸ਼ਵਰ ਨੇ ਕਿਰਪਾ ਕਰਕੇ ਸਤਿਗੁਰੂ ਨੂੰ ਮਿਲਾਉਣਾ ਹੈ
ਤੇ ਸਤਿਗੁਰੂ ਨੂੰ ਸਿਮਰ ਕੇ ਅੱਗੋਂ ਬਖਸ਼ਿਸ਼ ਮਿਲਣੀ ਹੈ। ਕਿਉਂ? ਕਿਉਂਕਿ ਜਿਹੜਾ ਨਾਮ ਦਾ ਖਜ਼ਾਨਾ ਹੈ ਉਹ ਸਤਿਗੁਰੂ ਦੇ ਪਾਸ ਹੈ, ਤੇ ਜਿਹਦੇ ਕੋਲ ਖਜ਼ਾਨਾ ਹੈ ਉਹਨੂੰ ਸਿਮਰਨਾ ਪੈਣਾ। ਜਿਹਦੇ ਕੋਲ ਖਜ਼ਾਨਾ ਹੈ ਉਹਦੇ ਚਰਨਾਂ ਵਿੱਚ ਜੁੜਨਾ ਪਏਗਾ। ਤੇ ਜਦੋਂ ਅਸੀਂ ਉਹਦੀ ਕਿਰਪਾ ਦੇ ਨਾਲ ਸਤਿਗੁਰੂ ਦੇ ਚਰਨਾਂ ਵਿੱਚ ਜੁੜਾਂਗੇ ਤਾਂ ਬਖਸ਼ਿਸ਼ ਹੋਏਗੀ, ਤੇ ਉਸ ਬਖਸ਼ਿਸ਼ ਦੇ ਨਾਲ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ। ਇਸ ਲਈ ਆਖਿਆ ਵੀ ਸਤਿਗੁਰ ਕੀ ਸੇਵਾ ਸੋ ਕਰੇ, ਉਹੀ ਸਤਿਗੁਰੂ ਦੀ ਸੇਵਾ ਵਿੱਚ ਜੁੜ ਸਕਦਾ ਹੈ। ਜਿਸ ਨੂੰ ਆਪ ਕਰਾਏ ਸੋਏ, ਉਹ ਆਪ ਪਰਮੇਸ਼ਵਰ ਜਿਹਦੇ ਤੇ ਕਿਰਪਾ ਕਰੇ। ਸਤਿਗੁਰ ਵਿੱਚ ਨਾਮ ਨਿਧਾਨ ਹੈ, ਸਤਿਗੁਰੂ ਦੇ ਵਿੱਚ ਨਾਮ ਦਾ ਖਜ਼ਾਨਾ ਹੈ। ਕਰਮ ਪ੍ਰਾਪਤ ਹੋਏ, ਪਰ ਇਹ ਖਜ਼ਾਨਾ ਐਵੇਂ ਵੀ ਨਹੀਂ ਮਿਲਣਾ। ਜੇ ਅਸੀਂ ਆਪਣੇ ਢੰਗ ਆਪਣੇ ਤਰੀਕੇ ਦੇ ਨਾਲ ਆਏ ਔਰ ਆਪਣੇ ਢੰਗ ਤਰੀਕੇ ਦੇ ਨਾਲ ਚਲੇ ਗਏ, ਇਹ ਖਜ਼ਾਨਾ ਇਸ ਤਰ੍ਹਾਂ ਨਹੀਂ ਮਿਲਣਾ। ਇਹ ਮਿਲਣਾ ਕਰਮ, ਕਰਮ ਦੇ ਮਾਂ ਅੱਖਰ ਨੂੰ ਸਿਹਾਰੀ ਹੈ ਬਖਸ਼ਿਸ਼ ਦੇ ਨਾਲ। ਜਦੋਂ ਸਿਹਾਰੀ ਔਂਕੜ ਤੇ ਮੁਕਤਾ ਅੱਖਰ ਆਵੇ ਤੇ ਤੁਹਾਡੇ ਨਾਲ ਜ਼ਰੂਰ ਸਾਂਝ ਪਾਈ ਜਾਂਦੀ ਹੈ ਕਿ ਕਰਮ ਦੇ ਮਾਂ ਨੂੰ ਜਦੋਂ ਸਿਹਾਰੀ ਲੱਗ ਜਾਏ ਤੇ ਇਹਦਾ ਮਤਲਬ ਹੈ ਬਖਸ਼ਿਸ਼ ਦੇ ਨਾਲ। ਤੇ ਜਦੋਂ ਔਂਕੜ ਲੱਗ ਜਾਏ ਉੱਥੇ ਸਿਰਫ ਕੱਲਾ ਅਰਥ ਹੋਏਗਾ ਬਖਸ਼ਿਸ਼, ਉੱਥੇ ਨਾਲ ਨਹੀਂ ਕਹਿ ਸਕਦੇ। ਨਾਲ ਉਦੋਂ ਕਵਾਂਗੇ ਜਦੋਂ ਸਿਹਾਰੀ ਲੱਗੀ ਹੋਏਗੀ। ਇਸ ਲਈ ਬਖਸ਼ਿਸ਼ ਦੇ ਨਾਲ। ਤੇ ਜਦੋਂ ਅੱਖਰ ਮੁਕਤਾ ਆ ਗਿਆ ਫਿਰ ਗੱਲ ਇੱਕ ਦੀ ਨਹੀਂ, ਫਿਰ ਬਹੁਤ ਬਚਨ ਆ ਜਾਏਗਾ, ਜਿਵੇਂ ਬਹੁਤੇ ਕਰਮਾਂ ਦੀ ਗੱਲ ਆ ਜਾਏਗੀ। ਇਸ ਲਈ ਇੱਥੇ ਹੈ ਕਰਮ ਪ੍ਰਾਪਤ ਹੋਏ, ਇਹ ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦਾ ਹੈ। ਇਹਦਾ ਮਤਲਬ ਉਸ ਮਾਲਕ ਨੇ ਕਿਰਪਾ ਕੀਤੀ, ਅਸੀਂ ਸਤਿਗੁਰੂ ਦੇ ਚਰਨਾਂ ਵਿੱਚ ਆਉਣ ਜੋਗੇ ਹੋ ਗਏ। ਜੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਉਣ ਜੋਗੇ ਹੋ ਗਏ ਤੇ ਫਿਰ ਅਸੀਂ ਇਸ ਤਰ੍ਹਾਂ ਆਪਣਾ ਆਪਾ ਸਮਰਪਣ ਕਰੀਏ ਕਿ ਬਖਸ਼ਿਸ਼ ਦੇ ਨਾਲ ਇਹ ਖਜ਼ਾਨਾ ਸਾਨੂੰ ਮਿਲ ਜਾਏ। ਅਸੀਂ ਇਸ ਢੰਗ ਦੇ ਨਾਲ ਆਪਣਾ ਆਪਾ ਸਮਰਪਣ ਕਰਕੇ ਸੇਵਾ ਸਿਮਰਨ ਵਿੱਚ ਜੁੜੀਏ, ਜਿਹਦੇ ਨਾਲ ਅਸੀਂ ਆਪਣੇ ਅੰਦਰ ਦੇ ਹਉਮੈ ਨੂੰ ਖਤਮ ਕਰਕੇ ਜੁੜੀਏ, ਤਾਂ ਫਿਰ ਬਖਸ਼ਿਸ਼ ਦੇ ਨਾਲ ਇਹ ਨਾਮ ਦੇ ਖਜ਼ਾਨੇ ਦੀ ਪ੍ਰਾਪਤੀ ਹੁੰਦੀ ਹੈ। ਸੱਚ ਰਤੇ ਗੁਰ ਸ਼ਬਦ ਸਿਓ, ਤਿਨ ਸੱਚੀ ਸਦਾ ਲਿਵ ਹੋਏ। ਨਾਨਕ ਜਿਸਨੋ ਮਿਲੇ ਨਾਮ ਵਿਛੜੈ, ਸਹਿਜ ਸਮਾਵੈ ਸੋਏ। ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ, ਕਿਉਂਕਿ ਦੇਖੋ ਜੋ ਗੁਰੂ ਸਾਹਿਬ ਜੀ ਕਹਿ ਰਹੇ ਆ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਇਹਨੂੰ ਵਰਤਾ ਕੇ ਵੇਖਿਆ। ਜਿਸ ਵੇਲੇ ਬਾਹਰੀ ਯਾਤਰਾ ਗੁਰੂ ਸਾਹਿਬ ਮਹਾਰਾਜ ਜੀ ਕਰਦੇ ਰਹੇ, ਉਦੋਂ ਮਨ ਬੜਾ ਪ੍ਰਸੰਨ ਹੁੰਦਾ ਸੀ ਕਿ ਅੱਜ ਮੈਂ ਗੰਗਾ ਤੇ ਜਾ ਕੇ ਆਇਆ, ਉਹਦੀ ਯਾਤਰਾ ਕਰਕੇ ਆਇਆ, ਆਪਣੇ ਵੱਲੋਂ ਜੋ ਪਾਠ ਪੂਜਾ ਸੀ ਉਹ ਮੈਂ ਕਰਕੇ ਆਇਆ। ਪਰ ਇੰਨੇ ਸਾਲਾਂ ਬਾਅਦ ਜਦੋਂ ਸਮਝ ਆਈ ਕਿ ਬਾਹਰ ਦੀਆਂ ਯਾਤਰਾਵਾਂ ਕਰਦਿਆਂ ਕਰਦਿਆਂ ਕਿ ਅੰਦਰ ਤਾਂ ਹਜੇ ਮਿਰਤਕ ਹੀ ਪਿਆ ਹੈ, ਅੰਦਰ ਦੀ ਅਵਸਥਾ ਜਿਹੜੀ ਹੈ ਮਿਰਤਕ ਹੈ, ਸੰਸਾਰ ਵਾਲੀ ਹੈ। ਫਿਰ ਕਿਰਪਾ ਹੋਈ ਜਦੋਂ ਇੱਕ ਅੰਦਰ ਤੜਪ ਲੱਗੀ। ਇਹ ਵੀ ਧਿਆਨ ਰੱਖਿਓ, ਪਰਮੇਸ਼ਵਰ ਸਤਿਗੁਰੂ ਦੇ ਨਾਲ ਤਾਂ ਹੀ ਮਿਲਾਏਗਾ ਜੇ ਅੰਦਰ ਤੜਪ ਹੋਏਗੀ। ਜੇ ਅੰਦਰ ਤੜਪ ਹੀ ਨਹੀਂ ਹੈ ਸਤਿਗੁਰੂ ਨੂੰ ਮਿਲਣ ਦੀ, ਤੇ ਪਰਮੇਸ਼ਵਰ ਕਿਵੇਂ ਮਿਲਾਪ ਕਰਾਏਗਾ। ਕਈ ਵਾਰ ਅਸੀਂ ਇਹ ਪ੍ਰੈਕਟੀਕਲ ਜੀਵਨ ਵਿੱਚ ਕਰਕੇ ਦੇਖਦੇ ਹਾਂ, ਜਾਂ ਸਾਡੇ ਨਾਲ ਕਈ ਵਾਰੀ ਐਸਾ ਹੁੰਦਾ ਹੈ ਕਿ ਸਾਨੂੰ ਤੜਪ ਹੁੰਦੀ ਹੈ ਕਿਸੇ ਨੂੰ ਮਿਲਣ ਦੀ, ਤੇ ਉਹ ਕੁਦਰਤੀ ਸਾਡੇ ਸਾਹਮਣੇ ਆ ਜਾਂਦਾ ਹੈ। ਜਦੋਂ ਉਹ ਕੁਦਰਤੀ ਸਾਡੇ ਸਾਹਮਣੇ ਆ ਜਾਏ ਤੇ ਅਸੀਂ ਕਹਿੰਦੇ ਹਾਂ ਅੱਜ ਮੈਂ ਕੁਝ ਹੋਰ ਵੀ ਮੰਗ ਲੈਂਦਾ ਉਹ ਵੀ ਮਿਲ ਜਾਣਾ ਸੀ। ਇਹ ਆਮ ਆਪਾਂ ਸਾਡੇ ਜੀਵਨ ਵਿੱਚ ਵਰਤਦਾ ਹੈ।
ਹੁਣ ਤੜਪ ਲੱਗੀ ਸੀ ਮਿਲਣ ਦੀ ਕਿ ਅੱਜ ਮੈਨੂੰ ਫਲਾਣਾ ਮਿੱਤਰ ਮਿਲ ਜਾਏ, ਰਿਸ਼ਤੇਦਾਰ ਮਿਲ ਜਾਏ, ਕੋਈ ਸੱਜਣ ਮਿਲ ਜਾਏ। ਉਹ ਕੁਦਰਤੀ ਮਿਲ ਗਿਆ ਤੇ ਬੰਦਾ ਕਹਿੰਦਾ ਅੱਜ ਕੁਝ ਹੋਰ ਵੀ ਮੰਗਦਾ, ਉਹ ਵੀ ਮਿਲ ਜਾਂਦਾ। ਇਹਦਾ ਮਤਲਬ ਤੜਪ ਅੰਦਰ ਲੱਗੀ ਸੀ, ਪਰ ਉਹਨੂੰ ਪੂਰਾ ਕਿਹਨੇ ਕੀਤਾ? ਉਹ ਜਿਹੜਾ ਸਾਰੇ ਬ੍ਰਹਿਮੰਡ ਵਿੱਚ ਵਰਤ ਰਿਹਾ ਹੈ, ਜਿਹੜਾ ਘਟ ਘਟ ਦੇ ਵਿੱਚ ਵਰਤ ਰਿਹਾ ਹੈ, ਜਿਹੜਾ ਬਿਨ ਬੋਲਿਆ ਸਭ ਕੁਛ ਜਾਣਦੇ ਦੀ ਅਵਸਥਾ ਵਾਲਾ ਹੈ। ਉਹਨੂੰ ਪਤਾ ਹੈ ਵੀ ਅੱਜ ਇਹਦੇ ਅੰਦਰ ਤੜਪ ਕਿਹਨੂੰ ਮਿਲਣ ਦੀ ਹੈ, ਉਸ ਮੁਤਾਬਕ ਉਹ ਵਿਧ ਬਣਾ ਦਿੱਤੀ। ਜੇ ਸਾਨੂੰ ਸਤਿਗੁਰੂ ਨੂੰ ਮਿਲਣ ਦੀ ਤੜਪ ਹੋਏਗੀ, ਸਤਿਗੁਰੂ ਦੇ ਚਰਨਾਂ ਵਿੱਚ ਜੁੜਨ ਦੀ ਤੜਪ ਹੋਏਗੀ, ਤੇ ਤਾਂ ਹੀ ਸਾਨੂੰ ਉਹ ਪਰਮੇਸ਼ਵਰ ਇਸ ਯੋਗ ਬਣਾਏਗਾ, ਇਸ ਕਾਬਲ ਬਣਾਏਗਾ। ਜਿਹੜਾ ਸ਼ਬਦ ਆਪਾਂ ਰੋਜ਼ ਪੜ੍ਹਦੇ ਵੀ ਹਾਂ ਤੇ ਕਿੰਨੀ ਵਾਰ ਇੱਥੇ ਰਿਪੀਟ ਵੀ ਕੀਤਾ ਕਿ ਜਦੋਂ ਸਤਿਗੁਰੂ ਨੂੰ ਮਿਲੇ ਹਾਂ ਤੇ ਇਹ ਜ਼ਰੂਰ ਕਿਹਾ ਕਰੀਏ, ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ, ਕੀ ਤੋਈ ਮੈਂ ਨਿਰਗੁਣ ਆਰੇ, ਕੋ ਗੁਣ ਨਾਹੀ ਆਪੇ, ਤਰਸ ਪਇਓਈ ਤਰਸ ਪਿਆ, ਮਹਿ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਜੇ ਉਹਦਾ ਤਰਸ ਹੋਇਆ, ਉਹਦੀ ਮਹਿ ਰਾਮਤ ਹੋਈ, ਤਾਂ ਹੀ ਸਤਿਗੁਰੂ ਸੱਜਣ ਮਿਲਿਆ। ਤੇ ਜੇ ਸਤਿਗੁਰੂ ਸੱਜਣ ਮਿਲ ਗਿਆ ਤੇ ਫਿਰ ਉਹਦੀ ਬਖਸ਼ਿਸ਼ ਲੈਣ ਲਈ ਅੱਗੋਂ ਮੰਗ ਵੀ ਆਪਾਂ ਰੱਖਣੀ ਹੈ। ਇਹ ਨਾ ਹੋਵੇ ਵੀ ਮਾਲਕ ਨੇ ਤਾਂ ਕਿਰਪਾ ਕਰ ਦਿੱਤੀ, ਸਤਿਗੁਰੂ ਨਾਲ ਮਿਲਾਇਆ, ਪਰ ਅੱਗੋਂ ਮਿਲਾਪ ਕਿਤੇ ਵਾਂਝਾ ਨਾ ਚਲਾ ਜਾਏ, ਅੱਗੋਂ ਇਹ ਮਿਲਾਪ ਕਿਤੇ ਖਾਲੀ ਹੀ ਨਾ ਚਲਾ ਜਾਏ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਹੇ ਸਤਿਗੁਰੂ ਜੀ, ਉਸ ਮਾਲਕ ਨੇ ਤਾਂ ਮਿਲਾ ਦਿੱਤਾ ਤੁਹਾਡੇ ਨਾਲ, ਹੁਣ ਤੁਸੀਂ ਬਖਸ਼ਿਸ਼ ਕਰੋਗੇ ਤਾਂ ਨਾਮ ਦਾ ਖਜ਼ਾਨਾ ਮਿਲਣਾ ਹੈ। ਤੇ ਨਾਮ ਦੇ ਖਜ਼ਾਨੇ ਨਾਲ ਹੀ ਅੱਗੋਂ ਪਰਮੇਸ਼ਵਰ ਦਾ ਮਿਲਾਪ ਹੋਣਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜੋ ਸਮਝ ਆਈ ਸੀ ਤੇ ਅੰਦਰ ਤੜਪ ਲੱਗੀ, ਉਸ ਤੜਪ ਨਾਲ ਇੱਕ ਬਿਧ ਬਣ ਗਈ ਤੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਆ ਗਏ। ਤੇ ਜਦੋਂ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਆਏ ਤੇ ਆਉਂਦਿਆਂ ਥੋੜ੍ਹੀ ਗੁਰੂ ਸਾਹਿਬ ਨੇ ਝੋਲੀ 'ਚ ਬਖਸ਼ਿਸ਼ ਪਾ ਦਿੱਤੀ, ਪਹਿਲਾਂ ਸੇਵਾ ਕੀਤੀ ਹੈ। ਸੇਵਾ ਕਰਕੇ ਆਪਣੇ ਅੰਦਰ ਨੂੰ, ਭਾਂਡੇ ਨੂੰ ਨਿਮਰਤਾ ਵਿੱਚ ਲਿਆਂਦਾ ਹੈ। ਤੇ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੈ ਚਿਤ ਲਾਏ, ਮਨ ਚਿੰਦਿਆਂ ਫਲ ਪਾਵਣਾ ਹੋਮੈ ਵਿੱਚੋਂ ਜਾਏ। ਜਦੋਂ ਹੰਕਾਰ ਵਿੱਚੋਂ ਚਲਾ ਗਿਆ ਤੇ ਚਿੱਤ ਲਾ ਕੇ ਕੀਤੀ ਹੋਈ ਸੇਵਾ ਦਾ ਫਲ ਮਿਲਿਆ, ਫਿਰ ਜਾ ਕੇ ਇਹ ਜੀਵਨ ਲੇਖੇ ਲੱਗਦਾ ਹੈ। ਇਸੇ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ, ਸਤਿਗੁਰ ਕੀ ਸੇਵਾ ਸੋ ਕਰੇ, ਜਿਸ ਨੂੰ ਆਪ ਕਰਾਏ ਸੋਏ। ਸਤਿਗੁਰ ਵਿੱਚ ਨਾਮ ਨਿਧਾਨ ਹੈ, ਕਰਮ ਪ੍ਰਾਪਤ ਹੋਏ। ਸੱਚ ਰਤੇ ਗੁਰ ਸ਼ਬਦ ਸਿਉ, ਸਿਉ ਮੈਨੇ ਨਾਲ, ਜਿਹੜੇ ਗੁਰ ਸ਼ਬਦ ਦੇ ਨਾਲ ਰਤੇ ਗਏ। ਹੁਣ ਗੁਰੂ ਦਾ ਸ਼ਬਦ ਸਾਨੂੰ ਕਿਹਦੇ ਰੰਗ ਵਿੱਚ ਰਤਦਾ ਹੈ? ਪਰਮੇਸ਼ਵਰ ਦੇ। ਤੇ ਪਰਮੇਸ਼ਵਰ ਕੀ ਹੈ? ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਵੀ ਸੱਚ। ਸੱਚ ਰਤੇ, ਉਹ ਸੱਚ ਵਿੱਚ ਰਤੇ ਗਏ। ਪਰ ਕਿਵੇਂ ਰਤੇ ਗਏ? ਗੁਰ ਸ਼ਬਦ ਸਿਉ, ਗੁਰੂ ਦੇ ਸ਼ਬਦ ਦੇ ਦੁਆਰਾ, ਗੁਰੂ ਦੇ ਸ਼ਬਦ ਦੇ ਨਾਲ। ਤੇ ਜਿਹੜੇ ਸੱਚ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰਤੇ ਗਏ, ਤਿੰਨ ਸੱਚੀ ਸਦਾ ਲਿਵ ਹੋਏ। ਕਹਿੰਦੇ ਉਹਨਾਂ ਅੰਦਰ, ਹੁਣ ਇੱਥੇ ਲਿਵ ਦਾ ਅਰਥ ਵੈਸੇ ਸੁਰਤ ਹੁੰਦਾ ਹੈ, ਪਰ ਜਦੋਂ ਇੱਥੇ ਸੱਚੀ ਸਦਾ ਲਿਵ ਹੋਏ, ਇਹਦਾ ਮਤਲਬ ਉਹਨਾਂ ਅੰਦਰ ਸੱਚੀ ਪ੍ਰੀਤ ਪ੍ਰਗਟ ਹੋ ਗਈ। ਇੱਥੇ ਲਿਵ ਦਾ ਅਰਥ ਅਸੀਂ ਪ੍ਰੀਤ ਕਰਾਂਗੇ। ਉਹਨਾਂ ਅੰਦਰ ਫਿਰ ਸੱਚੀ ਪ੍ਰੀਤ ਸੱਚੇ ਦੇ ਪ੍ਰਤੀ ਬਣ ਆਈ ਹੈ। ਉਹ ਫਿਰ ਇੱਕ ਦਿਖਾਵਾ ਨਹੀਂ ਕਰਦੇ, ਉਹ ਫਿਰ ਜਿਹੜੇ ਅੰਦਰੋਂ ਰੱਤੇ ਹੋਏ ਨੇ, ਨਾਮ ਰੰਗ ਦੇ ਵਿੱਚ ਜਿਹੜੇ ਰੱਤੇ ਹੋਏ ਨੇ, ਸਾਹਿਬ ਜੀ ਕਹਿੰਦੇ ਆ ਉਹ ਫਿਰ ਦਿਖਾਵਾ ਨਹੀਂ ਕਰਦੇ ਗੁਰੂ ਵਾਲਾ ਹੋਣ ਦਾ, ਜਾਂ ਸ਼ਬਦ ਦੇ ਅਭਿਆਸ ਦਾ ਦਿਖਾਵਾ ਨਹੀਂ ਕਰਦੇ। ਉਹ ਵਾਕਈ ਉਹਨਾਂ ਦੀ ਅੰਦਰ ਲਿਵ ਨਿਰੰਕਾਰ ਨਾਲ ਲੱਗ ਜਾਂਦੀ ਹੈ, ਉਹਨਾਂ ਦੀ ਸੁਰਤ ਜੁੜ ਜਾਂਦੀ ਹੈ।
ਉਹ ਸੱਚੀ ਪ੍ਰੀਤ ਆਪਣੇ ਅੰਦਰ ਬਣਾ ਲੈਂਦੇ ਹਨ। ਨਾਨਕ ਜਿਸਨੋ ਮਿਲੇ ਨਾ ਵਿਛੜੈ, ਸਹਿਜ ਸਮਾਵੈ ਸੋਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ ਕਿ ਜਦੋਂ ਤੁਹਾਡੇ ਅੰਦਰ ਸੱਚੀ ਪ੍ਰੀਤ ਗੁਰੂ ਦੇ ਸ਼ਬਦ ਦਾ ਅਭਿਆਸ ਕਰਦਿਆਂ ਬਣ ਆਵੇਗੀ ਤਾਂ ਫਿਰ ਕੀ ਹੋਏਗਾ, ਤੁਹਾਡਾ ਜਿਹੜਾ ਜੀਵ ਆਤਮਾ ਕਰਕੇ ਵਿਛੜਨਾ ਹੈ ਨਾ, ਉਹ ਫਿਰ ਮਾਲਕ ਦੀ ਕਿਰਪਾ ਦੇ ਨਾਲ ਉਹ ਮੇਲਾ ਹੋ ਜਾਏਗਾ, ਮਿਲਾਪ ਹੋ ਜਾਏਗਾ। ਇਸ ਤਰ੍ਹਾਂ ਹੋ ਜਾਏਗਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ ਕਿ ਇਹ ਸ਼ਬਦ ਇੱਕ ਜੁਗਤੀ ਹੈ। ਜਦੋਂ ਤੁਸੀਂ ਸ਼ਬਦ ਦੀ ਜੁਗਤੀ ਰਾਹੀਂ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗ ਜਾਓਗੇ ਤਾਂ ਫਿਰ ਤੁਹਾਡਾ ਮੇਲ ਇਸ ਤਰ੍ਹਾਂ ਹੋ ਜਾਏਗਾ ਜਿਵੇਂ ਪਾਣੀ ਵਿੱਚ ਪਾਣੀ ਸਮਾ ਜਾਂਦਾ ਹੈ। ਗੁਰ ਕਿਰਪਾ ਜੈ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਜੁਗਤ ਕੀ ਸੀ? ਜੁਗਤ ਸੀ ਸ਼ਬਦ ਰਤੇ ਗੁਰ ਸ਼ਬਦ ਸਿਉ। ਸੱਚ ਸੱਚ ਦੇ ਸੱਚ ਰਤੇ ਗੁਰ ਸ਼ਬਦ ਸਿਉ। ਕਿਉਂਕਿ ਕਈਆਂ ਨੇ ਜੁਗਤ ਇਹ ਸਮਝ ਲਈ ਕਿ ਤੀਰਥਾਂ ਦੇ ਕਿਨਾਰੇ ਤੇ ਬੈਠ ਕੇ ਸਵਾਸ ਛੱਡ ਦਿਓ ਤੇ ਪਰਮੇਸ਼ਵਰ ਦੇ ਨਾਲ ਮਿਲਾਪ ਹੋ ਜਾਂਦਾ ਹੈ। ਕਈਆਂ ਨੇ ਜੁਗਤੀ ਇਹ ਬਣਾਈ ਕਿ ਪਹਾੜ ਦੀ ਚੋਟੀ ਤੇ ਬੈਠ ਕੇ ਸਰਦੀ ਹੋਵੇ ਗਰਮੀ ਹੋਵੇ, ਉੱਥੇ ਜਿਸ ਤਰ੍ਹਾਂ ਦਾ ਮਰਜ਼ੀ ਸਮਾਂ ਹੋਵੇ ਤਨ ਤੇ ਵਿਭੂਤੀ ਮਲ ਕੇ ਬੈਠ ਜਾਓ ਤਾਂ ਕਿ ਇਸ ਸਰੀਰ ਦੇ ਉੱਤੇ ਸਰਦੀ ਤੇ ਗਰਮੀ ਦਾ ਪ੍ਰਭਾਵ। ਵਿਭੂਤੀ ਮੱਲਣ ਦਾ ਮਤਲਬ ਕੀ ਸੀ? ਤਨ ਉੱਤੇ ਸੁਆਹ ਮੱਲਣ ਦਾ ਮਤਲਬ ਕੀ ਸੀ? ਤਨ ਉੱਤੇ ਸੁਆਹ ਮੱਲਣ ਦਾ ਮਤਲਬ ਸੀ ਕਿ ਸਰਦੀ ਤੇ ਗਰਮੀ ਤੋਂ ਚਮੜੀ ਬਚੀ ਰਵੇ। ਜਿਹੜੇ ਕੀਟ ਪਤੰਗੇ ਨੇ ਇਹਨਾਂ ਤੋਂ ਚਮੜੀ ਦਾ ਬਚਾਅ ਰਵੇ, ਚਮੜੀ ਨੂੰ ਨੁਕਸਾਨ ਜਿਹੜਾ ਉਹ ਕੋਈ ਨਾ ਹੋ ਸਕੇ, ਕੋਈ ਕੀੜਾ ਨਾ ਇਹਨੂੰ ਲੱਗ ਜਾਏ। ਇਸ ਕਰਕੇ ਇਹ ਪਿੰਡੇ ਉੱਤੇ ਸੁਆਹ ਮੱਲ ਲੈਂਦੇ ਆ। ਹੁਣ ਪਹਾੜ ਦੀ ਚੋਟੀ ਤੇ ਬੈਠ ਕੇ ਗਰਮੀ ਸਰਦੀ ਨੂੰ ਸਹਿਣਾ, ਕਈਆਂ ਨੇ ਆਖਿਆ ਵੀ ਇਸ ਤਰ੍ਹਾਂ ਪਰਮੇਸ਼ਵਰ ਦੇ ਨਾਲ ਮਿਲਾਪ ਹੋ ਜਾਏਗਾ। ਇਸ ਢੰਗ ਨਾਲ ਵੱਖ-ਵੱਖ ਜੁਗਤੀਆਂ ਤਰੀਕੇ ਜਿਹੜੇ ਸੀ ਉਹ ਸੰਸਾਰ ਵਿੱਚ ਬਣਾਏ ਗਏ, ਅਪਣਾਏ ਗਏ। ਪਰ ਮਹਾਰਾਜ ਕਹਿੰਦੇ ਨਹੀਂ, ਇਸ ਤਰ੍ਹਾਂ ਇਸ ਜੁਗਤੀ ਦੇ ਨਾਲ ਉਸ ਪਰਮੇਸ਼ਵਰ ਨਾਲ ਮਿਲਾਪ ਨਹੀਂ ਹੋਣਾ। ਜੇ ਮਿਲਾਪ ਹੋਣਾ ਤੇ ਉਹ ਹੋਣਾ ਸੱਚ ਰਤੇ ਗੁਰ ਸ਼ਬਦ ਸਿਉ। ਜਿਹੜੇ ਸ਼ਬਦ ਦਾ ਆਸਰਾ ਲੈ ਕੇ ਸੱਚੇ ਨਾਮ ਦੇ ਰੰਗ ਵਿੱਚ ਰਤੇ ਆ, ਗੁਰੂ ਸਾਹਿਬ ਨੇ ਇਹੀ ਤਾਂ ਜੁਗਤੀ ਦਿੱਤੀ ਹੈ ਵੀ ਆਹ ਜੁਗਤੀ ਤੁਸੀਂ ਆਪਣੇ ਅੰਦਰ ਅਪਣਾਓ। ਮਨ ਦੇ ਰਾਹੀਂ ਸ਼ਬਦ ਦਾ ਆਸਰਾ ਲੈ ਕੇ ਸੱਚ ਦੇ ਰੰਗ ਵਿੱਚ ਰਤੇ ਜਾਓ। ਜਦੋਂ ਤੁਹਾਡੀ ਜੀਵ ਇਸਤਰੀ ਨੂੰ ਨਾਮ ਦਾ ਰੰਗ ਚੜ੍ਹੇਗਾ, ਸੱਚੇ ਨਾਮ ਦਾ ਰੰਗ ਚੜ੍ਹੇਗਾ, ਤੇ ਫਿਰ ਇਹ ਜਾ ਕੇ ਪਰਮੇਸ਼ਵਰ ਦੇ ਵਿੱਚ ਲੀਨ ਹੋ ਜਾਏਗੀ। ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ। ਜਿਉਂ ਪਾਨੀ ਸੰਗ ਪਾਨੀ ਵਾਲੀ ਖੇਡ ਹੋ ਜਾਏਗੀ। ਤੇ ਜਦੋਂ ਪਾਣੀ ਵਿੱਚ ਪਾਣੀ ਸਮਾ ਜਾਏ ਫਿਰ ਉਹਨੂੰ ਅਲੱਗ ਕਰਨਾ ਔਖਾ ਹੋ ਜਾਂਦਾ ਹੈ, ਕਿਉਂਕਿ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਭਾਂਡਾ ਜਿਹੜਾ ਅਸੀਂ ਭਰਿਆ ਪਾਣੀ ਦਾ ਤੇ ਦੂਸਰੇ ਪਾਣੀ ਵਿੱਚ ਮਿਲਾਇਆ, ਜਿਹੜਾ ਮਿਲਾਇਆ ਸੀ ਉਹਨੂੰ ਦੁਬਾਰਾ ਕੱਢਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਸਾਹਿਬ ਜੀ ਕਹਿੰਦੇ ਜਿਹੜੇ ਵਿਛੜੇ ਹੋਏ ਪਰਮੇਸ਼ਵਰ ਨੂੰ ਜੀਵ ਆਤਮਾ ਕਰਕੇ ਮਿਲ ਜਾਂਦੇ ਆ, ਉਹ ਫਿਰ ਦੁਬਾਰਾ ਨਹੀਂ ਵਿਛੜਦੇ। ਦੁਬਾਰਾ ਉਹਨਾਂ ਦਾ ਵਿਛੋੜਾ ਜਿਹੜਾ ਉਹ ਨਹੀਂ ਹੁੰਦਾ ਹੈ। ਜਿਨ੍ਹਾਂ ਨੇ ਗੁਰ ਸ਼ਬਦ ਰਾਹੀਂ ਜੁਗਤੀ ਨੂੰ ਅਪਣਾ ਕੇ ਤੇ ਸੱਚੇ ਨਾਮ ਦੇ ਰੰਗ ਵਿੱਚ ਰਤਿਆਂ ਹੋਇਆਂ ਇਹ ਮਿਲਾਪ ਹਾਸਲ ਕੀਤਾ। ਨਾਨਕ ਜਿਸ ਨੂੰ ਮੇਲੇ, ਨਾਨਕ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਜਿਸ ਨੂੰ ਮੇਲੇ, ਜਿਸ ਨੂੰ ਉਹ ਆਪ ਮੇਲਾ ਬਖਸ਼ ਦਿੰਦਾ ਹੈ, ਮਿਲਾਪ ਬਖਸ਼ ਦਿੰਦਾ ਹੈ, ਨਾ ਵਿਛੜੈ, ਉਹ ਦੁਬਾਰਾ ਵਿਛੜਦੇ ਹੀ ਨਹੀਂ। ਦੁਬਾਰਾ ਉਹ ਜੀਵ ਇਸਤਰੀ ਜਿਹੜੀ ਆ ਉਹ ਵਿਛੜਦੀ ਨਹੀਂ ਪਰਮੇਸ਼ਵਰ ਤੋਂ। ਸਹਿਜ ਸਮਾਵੈ ਸੋਏ, ਕਿਉਂਕਿ ਉਹ ਸਹਿਜ ਵਿੱਚ ਅਡੋਲਤਾ ਵਿੱਚ ਆ ਕੇ ਤਿੰਨ ਗੁਣਾਂ ਤੋਂ ਉੱਪਰ ਉੱਠ ਕੇ ਚੌਥੀ ਅਵਸਥਾ ਦੇ ਵਿੱਚ ਲਿਆ ਕੇ ਗੁਰੂ ਸਾਹਿਬ ਜੀ ਨੇ ਇਹ ਨਿਰੰਕਾਰ ਦੇ ਵਿੱਚ ਇਸ ਜੀਵ ਇਸਤਰੀ ਨੂੰ ਲਿਆ ਕੇ ਲੀਨ ਕਰ ਦਿੱਤਾ।
ਕਿਉਂਕਿ ਗੁਰੂ ਸਾਹਿਬ ਨੇ ਕੀ ਕਰਨਾ ਹੈ, ਸਾਡੀ ਤਿਆਰੀ ਕਰਾਉਣੀ ਹੈ। ਤੇ ਜਿੱਥੇ ਸਾਡੀ ਤਿਆਰੀ ਹੋਣੀ ਹੈ ਉੱਥੇ ਸਮਾਂ ਸਾਡੇ ਕੋਲ ਬਹੁਤ ਘੱਟ ਹੁੰਦਾ ਹੈ। ਤੇ ਬਾਹਰ ਜਿੱਥੇ ਅਸੀਂ ਬਾਹਰੀ ਤਿਆਰੀ ਕਰਨੀ ਹੋਵੇ, ਕਿਸੇ ਨੂੰ ਮਿਲਣਾ ਹੋਵੇ, ਤੇ ਬੰਦਾ ਬਾਹਰੋਂ ਤਿਆਰ ਹੋਣ ਵਿੱਚ ਕਿੰਨਾ ਸਮਾਂ ਲਾ ਦਿੰਦਾ ਹੈ। ਪਰ ਬਾਹਰ ਦਾ ਜਿਹੜਾ ਸਾਡਾ ਮਿਲਾਪ ਹੈ ਇਹ ਅਧੂਰਾ ਹੈ। ਸਾਡਾ ਮਿਲਾਪ ਹੈ ਪਰਮੇਸ਼ਵਰ ਦੇ ਨਾਲ। ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਆ ਜਿਹੜੀ ਵਾਰੀ ਸਾਨੂੰ ਮਿਲੀ ਹੈ ਇਹ ਗੋਬਿੰਦ ਦੇ ਮਿਲਾਪ ਵਾਸਤੇ। ਤੇ ਗੋਬਿੰਦ ਦਾ ਮਿਲਾਪ ਕਦੋਂ ਹੋਣਾ ਹੈ? ਜਦੋਂ ਅਸੀਂ ਗੁਰੂ ਦੁਆਰੇ ਆ ਕੇ ਆਪਣੇ ਆਪ ਨੂੰ ਸਵਾਰਾਂਗੇ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਆ, ਜਿਹੜਾ ਸ਼ਿੰਗਾਰ ਤੂੰ ਕਰੀ ਬੈਠਾ ਹੈ ਇਹ ਸ਼ਿੰਗਾਰ ਤਾਂ ਉਹਨੂੰ ਭਾਉਂਦਾ ਹੀ ਨਹੀਂ ਹੈ, ਤੇ ਸਮਾਉਣ ਦੀ ਗੱਲ ਤੇ ਬੜੀ ਦੂਰ ਦੀ ਹੈ। ਨਿਰੰਕਾਰ ਦੇ ਵਿੱਚ ਲੀਨ ਹੋ ਜਾਣ ਵਾਲੀ ਗੱਲ ਤਾਂ ਬੜੀ ਦੂਰ ਦੀ ਹੈ, ਕਿਉਂਕਿ ਜਿਹੜੇ ਰੰਗ ਤੂੰ ਆਪਣੇ ਤੇ ਚੜਾ ਲਏ ਨੇ ਇਹ ਤੇ ਉਹਨੂੰ ਭਾਉਂਦਾ ਹੀ ਕੋਈ ਨਹੀਂ, ਇਹ ਤੇ ਉਹਨੂੰ ਚੰਗੇ ਹੀ ਕੋਈ ਨਹੀਂ ਲੱਗਦੇ। ਇਦਾਂ ਦੇ ਭਾਵੇਂ ਤੂੰ ਲੱਖਾਂ ਸ਼ਿੰਗਾਰ ਕਰ ਲੈ, ਪਰ ਤੇਰਾ ਕਾਰਜ ਰਾਸ ਨਹੀਂ ਹੋ ਸਕਦਾ। ਲੱਖ ਸ਼ਿੰਗਾਰ ਬਣਾਇਆ, ਮਹਾਰਾਜ ਕਹਿੰਦੇ ਲੱਖਾਂ ਦੇ ਲੱਖਾਂ ਸ਼ਿੰਗਾਰ ਤੂੰ ਇਸ ਤਰ੍ਹਾਂ ਦੇ ਬਣਾ, ਪਰ ਕਾਰਜ ਨਹੀਂ ਰਾਸ ਹੋ ਸਕਦਾ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਰੱਬ ਰੰਗਾਏ, ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਇਹ ਧਨ ਜੀਵ ਇਸਤਰੀ ਮਾਲਕ ਦੇ ਸੇਜਾ, ਉਹਦੇ ਚਰਨਾਂ ਵਿੱਚ ਕਿਵੇਂ ਲੀਨ ਹੋਏਗੀ। ਇਸ ਲਈ ਗੁਰੂ ਸਾਹਿਬ ਜੀ ਸਾਨੂੰ ਅੰਦਰੋਂ ਸ਼ਿੰਗਾਰਦੇ ਆ, ਅੰਦਰੋਂ ਤਿਆਰੀ ਕਰਾਉਂਦੇ ਆ ਸਾਡੀ। ਗੁਰੂ ਅਮਰਦਾਸ ਮਹਾਰਾਜ ਜੀ ਨੂੰ 12 ਸਾਲ ਲੱਗੇ ਨੇ ਤਿਆਰੀ ਕਰਦਿਆਂ, ਅੰਦਰ ਨੂੰ ਰੰਗਦਿਆਂ ਹੋਇਆਂ, ਅੰਦਰ ਨੂੰ ਸ਼ਿੰਗਾਰਦਿਆਂ 12 ਸਾਲ ਜਿਹੜੇ ਆ ਉਹ ਲੱਗ ਗਏ ਨੇ। ਤਾਂ ਜਾ ਕੇ ਫਿਰ ਇੱਕ ਦਿਨ ਉਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ, ਗੁਰੂ ਨਾਨਕ ਸਾਹਿਬ ਜੀ ਦਾ ਰੂਪ ਹੋ ਗਏ। ਤੇ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਕੇ ਕਹਿ ਰਹੇ ਆ ਕਿ ਜਿਸ ਉੱਤੇ ਉਸ ਮਾਲਕ ਦੀ ਕਿਰਪਾ ਹੋਈ, ਜਿਹੜਾ ਗੁਰੂ ਸ਼ਬਦ ਵਿੱਚ ਰੰਗਿਆ ਗਿਆ, ਉਹ ਫਿਰ ਉਹਨੂੰ ਮੇਲਾ ਹੋ ਗਿਆ, ਮੇਲ। ਤੇ ਜਿਹਨੂੰ ਮੇਲਾ ਹੋ ਗਿਆ, ਮਿਲਾਪ ਹੋ ਗਿਆ ਪਰਮੇਸ਼ਵਰ ਦਾ, ਉਹ ਫਿਰ ਕਦੇ ਨਹੀਂ ਵਿਛੜਦਾ, ਕਿਉਂਕਿ ਸਹਿਜ ਸਮਾਵੈ ਸੋਏ। ਉਹ ਸਹਿਜ ਵਿੱਚ, ਅਡੋਲਤਾ ਵਿੱਚ ਆ ਕੇ, ਜਿਵੇਂ ਪਾਣੀ ਵਿੱਚ ਪਾਣੀ ਲੀਨ ਹੋ ਜਾਂਦਾ ਹੈ, ਇਹ ਜੀਵ ਇਸਤਰੀ ਇਹ ਪਰਮਾਤਮਾ ਪਰਮੇਸ਼ਵਰ ਦੇ ਵਿੱਚ ਸਮਾ ਜਾਂਦੀ ਹੈ। ਤੇ ਗੁਰਬਾਣੀ ਸਾਨੂੰ ਸਹਿਜ ਵਿੱਚ ਲਿਆ ਰਹੀ ਹੈ, ਗੁਰਬਾਣੀ ਸਾਨੂੰ ਅਡੋਲਤਾ ਵਿੱਚ ਲਿਆ ਰਹੀ ਹੈ। ਹਜੇ ਤੇ ਅਸੀਂ ਕਹਿ ਰਹੇ ਹਾਂ ਬਾਣੀ ਪੜ੍ਹਦਿਆਂ ਮਨ ਡੋਲਦਾ ਬੜਾ ਹੈ। ਹਜੇ ਤੇ ਅਸੀਂ ਕਹਿ ਰਹੇ ਹਾਂ ਵੀ ਨਿਤਨੇਮ ਕਰਦਿਆਂ ਬੜਾ ਮਨ ਡੋਲਦਾ ਹੈ, ਪਾਠ ਕਰਦਿਆਂ ਬੜਾ ਮਨ ਡੋਲਦਾ ਹੈ, ਸੰਗਤ ਵਿੱਚ ਬੈਠਿਆਂ ਕਥਾ ਕੀਰਤਨ ਸੁਣ ਰਹੇ ਹਾਂ ਪਰ ਮਨ ਅੰਦਰ ਬੜਾ ਡੋਲਦਾ ਹੈ। ਹਜੇ ਤਾਂ ਅਡੋਲਤਾ ਵਿੱਚ ਆਉਣਾ ਹੈ ਅਸੀਂ। ਜਦੋਂ ਅੰਦਰ ਸਹਿਜ ਵਿੱਚ ਆਵਾਂਗੇ, ਮਨ ਟਿਕਾ ਵਿੱਚ ਆਏਗਾ, ਫਿਰ ਜਾ ਕੇ ਉਸ ਨਿਰੰਕਾਰ ਵਿੱਚ ਸਮਾਉਣਾ ਹੈ। ਇਸ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਕਿ ਜਿਹਨੇ ਸ਼ਬਦ ਦਾ ਆਸਰਾ ਨਹੀਂ ਲਿੱਤਾ, ਸ਼ਬਦ ਦੀ ਟੇਕ ਲੈ ਕੇ ਜਿਹਨੇ ਵਿਚਾਰ ਨਹੀਂ ਕੀਤੀ, ਉਹਦੇ ਅੰਦਰ ਸੋਝੀ ਨਹੀਂ ਆਈ, ਉਹਦੇ ਅੰਦਰ ਗਿਆਨ ਨਹੀਂ ਆਇਆ, ਔਰ ਉਹ ਅੰਦਰੋਂ ਸਾਰੀ ਜ਼ਿੰਦਗੀ ਮਿਰਤਕ ਦੀ ਤਰ੍ਹਾਂ, ਮੁਰਦੇ ਦੀ ਤਰ੍ਹਾਂ ਬਿਤਾ ਕੇ ਇਸ 84 ਲੱਖ ਦੇ ਜੂਨ ਵਿੱਚ, ਫੇਰ ਵਿੱਚ ਸਦਾ ਲਈ ਪਿਆ ਰਹਿੰਦਾ ਹੈ। ਮਹੱਲਾ ਤੀਜਾ। ਸੋ ਭਗਉਤੀ ਜੋ ਭਗਵੰਤੈ ਜਾਣੈ, ਗੁਰ ਪ੍ਰਸਾਦੀ ਆਪ ਪਛਾਣੈ। ਅਗਲੇ ਸ਼ਲੋਕ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਗਉਤੀ ਦੀ ਗੱਲ ਕੀਤੀ ਹੈ। ਭਗਉਤੀ ਜਿਹੜਾ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗਿਆ, ਜਾਂ ਭਗਤ ਨੂੰ ਹੀ ਭਗਉਤੀ ਕਹਿੰਦੇ ਆ। ਭਗਤ ਜਿਹੜਾ ਭਗਤੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ, ਉਹਦੀ ਮਤ ਉੱਤਮ ਹੁੰਦੀ ਹੈ। ਉਹਨੇ ਆਪਣੇ ਅੰਦਰ ਦੇ ਸਾਰੇ ਹੀ ਪਾਪ ਦੀ ਮਲ ਨੂੰ ਧੋ ਲਿਆ ਹੁੰਦਾ ਹੈ। ਅੰਦਰ ਉਹਦੇ ਕਿਸੇ ਪ੍ਰਕਾਰ ਵੀ, ਕਿਸੇ ਵੀ ਵਿਕਾਰ ਦੀ ਮਲ ਉਹਦੇ ਅੰਦਰ ਨਹੀਂ ਹੁੰਦੀ।
ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਦੀ ਉਚਾਰਨ ਕੀਤੀ ਹੋਈ ਸੁਖਮਨੀ ਸਾਹਿਬ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ, ਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ 9ਵੀਂ ਅਸ਼ਟਪਦੀ ਦਾ ਜਾਪ ਜਦੋਂ ਅਸੀਂ ਕਰਦੇ ਹਾਂ, ਉੱਥੇ ਵੀ ਮਹਾਰਾਜ ਨੇ ਭਗਉਤੀ ਦਾ ਜ਼ਿਕਰ ਕੀਤਾ ਹੈ। ਸਭ ਕਹਿੰਦੇ ਭਗਉਤੀ ਉਹ ਹੈ ਜਿਹੜਾ ਭਗਵੰਤ ਨੂੰ ਜਾਣਦਾ ਹੈ। ਜਿਹੜਾ ਭਗਵੰਤ ਨੂੰ ਨਹੀਂ ਜਾਣਦਾ, ਭਗਵੰਤ ਦਾ ਅਰਥ ਹੈ ਪਰਮੇਸ਼ਵਰ, ਜਿਹੜਾ ਪਰਮੇਸ਼ਵਰ ਨੂੰ ਨਹੀਂ ਜਾਣਦਾ ਉਹ ਭਗਉਤੀ ਨਹੀਂ ਹੋ ਸਕਦਾ। ਉਸੇ ਹੀ ਅਗਾਂਹ ਜਾ ਕੇ ਮਹਾਰਾਜ ਨੇ ਜ਼ਿਕਰ ਕੀਤਾ, ਕਹਿੰਦੇ ਸਾਧ ਸੰਗ ਪਾਪਾਂ ਮਲ ਖੋਵੈ, ਤਿਸ ਭਗਉਤੀ ਕੀ ਮਤ ਉੱਤਮ ਹੋਵੈ। ਸਾਧ ਗੁਰੂ ਸੰਗ ਸੰਗਤ, ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਜਿਹੜਾ ਆਪਣੇ ਅੰਦਰ ਦੇ ਪਾਪ ਨੂੰ ਧੋ ਲੈਂਦਾ ਹੈ, ਤੇ ਅੰਦਰ ਦਾ ਪਾਪ ਤਾਂ ਹੀ ਧੋਤਾ ਜਾਏਗਾ ਜੇ ਅੰਦਰ ਸ਼ਬਦ ਦਾ ਰੰਗ ਚੜ੍ਹੇਗਾ। ਕਿਉਂਕਿ ਮਤ ਨੂੰ ਜਿਹੜੀ ਪਾਪ ਦੀ ਮੱਲ ਲੱਗੀ ਹੈ, ਇਹ ਕਿਸੇ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਇਹ ਖੁਲਾਸਾ ਕਰ ਦਿੱਤਾ। ਮਹਾਰਾਜ ਕਹਿੰਦੇ ਭਰੀਐ ਮਤ ਪਾਪਾਂ ਗੈ ਸੰਗ ਉਹ ਧੋਪੈ ਨਾਮੈ ਕੈ ਰੰਗ। ਤੇ ਜੇ ਸ਼ਬਦ ਦੇ ਵਿੱਚੋਂ ਨਾਮ ਦਾ ਰੰਗ ਹੀ ਨਾ ਅੰਦਰ ਲੱਗਾ, ਤੇ ਫਿਰ ਇਹ ਸਾਧ ਸੰਗ ਪਾਪਾਂ ਮਲ ਖੋਵੈ ਕਿਵੇਂ ਹੋਏਗਾ। ਗੁਰਮੁਖਾਂ ਦੀ ਸੰਗਤ ਵਿੱਚ ਜਿਨ੍ਹਾਂ ਨੇ ਸ਼ਬਦ ਦਾ ਆਸਰਾ ਲੈ ਕੇ ਆਪਣੇ ਅੰਦਰੋਂ ਪਾਪ ਦੀ ਮਲ ਨੂੰ ਧੋ ਲਿਆ, ਇਹ ਰੰਗ ਉਤਰਿਆ, ਤੇ ਫਿਰ ਅੱਗੋਂ ਭਗਤੀ ਦਾ ਰੰਗ ਚੜਿਆ। ਜਿਹਦੀ ਮਤ ਉਤੇ ਭਗਤੀ ਦਾ ਰੰਗ ਚੜਿਆ, ਦਾਸ ਨੂੰ ਯਾਦ ਹੈ ਕਿ ਜਦੋਂ ਵੀ ਕਿਸੇ ਇਸ ਤਰ੍ਹਾਂ ਦਾ ਜਿਹੜਾ ਉਹ ਵਿਸ਼ਾ ਆਵੇ, ਇਸ ਤਰ੍ਹਾਂ ਦੀ ਵਿਚਾਰ ਆਵੇ ਨਾ, ਤੇ ਮੇਰੇ ਸਤਿਗੁਰੂ ਜੀ ਹੁਕਮ ਪਹਿਲਾਂ ਹੀ ਉੱਦਾਂ ਦਾ ਬਖਸ਼ ਦਿੰਦੇ ਆ। ਅੱਜ ਵੀ ਗੁਰੂ ਸਾਹਿਬ ਨੇ ਉਹੀ ਹੁਕਮ ਬਖਸ਼ਿਆ, ਤੇ ਗੱਲ ਅੱਜ ਵੀ ਮਤ ਦੀ ਚੱਲੀ ਹੈ। ਤੇ ਮਹਾਰਾਜ ਅੱਜ ਵੀ ਕਹਿ ਰਹੇ ਨੇ, ਮਨ ਰੇ ਕੌਣ ਕੁਮਤ ਤੈਂ ਲੀਨੀ। ਗੁਰੂ ਸਾਹਿਬ ਕਿਵੇਂ ਨਹੀਂ ਬੋਲਦੇ, ਗੁਰੂ ਸਾਹਿਬ ਤਾਂ ਬੋਲ ਕੇ ਨਾਲ ਨਾਲ ਦੱਸਦੇ ਆ, ਹਵਾਲਾ ਵੀ ਦਿੰਦੇ ਆ, ਪਰ ਗੱਲ ਸਾਨੂੰ ਸਮਝ ਵਿੱਚ ਨਹੀਂ ਆਉਂਦੀ। ਅੱਜ ਫਿਰ ਗੁਰੂ ਸਾਹਿਬ ਨੇ ਬੋਲ ਕੇ ਆਖਿਆ, ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਤੇ ਜੇ ਰਾਮ ਦੀ ਭਗਤੀ ਰਮੇ ਹੋਏ ਪਰਮੇਸ਼ਵਰ ਦੀ ਭਗਤੀ ਨਹੀਂ ਕੀਤੀ, ਤੂੰ ਭਗਉਤੀ ਨਹੀਂ ਹੋ ਸਕਦਾ। ਭਗਉਤੀ ਸ਼ਕਤੀ ਨੂੰ ਵੀ ਕਹਿੰਦੇ ਆ। ਭਗਤੀ ਦਾ ਅਰਥ ਪਾਵਰਫੁਲ, ਸਰਬ ਕਲਾ ਸਮਰੱਥ। ਜਦੋਂ ਆਪਾਂ ਅਰਦਾਸ ਕਰਦੇ ਹਾਂ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਹੁਣ ਉੱਥੇ ਪ੍ਰਥਮ ਭਗਉਤੀ ਕੀ ਹੈ? ਪਰਮੇਸ਼ਵਰ ਪਾਵਰਫੁਲ। ਉੱਥੇ ਭਗਤੀ, ਉੱਥੇ ਹੈ ਜਿਹੜਾ ਭਗਤੀ ਦੇ ਰੰਗ ਵਿੱਚ ਰੰਗਣ ਵਾਲਾ, ਉਹ ਪਾਵਰਫੁਲ ਪਰਮੇਸ਼ਵਰ। ਉੱਥੇ ਸ਼ਕਤੀ ਹੈ ਕਿ ਪਹਿਲਾਂ ਉਹ ਜਿਹੜਾ ਸਾਰੇ ਸਰਬ ਕਲਾ ਸਮਰੱਥ ਦਾ ਮਾਲਕ ਹੈ, ਅਕਾਲ ਪੁਰਖ, ਉਹਨੂੰ ਸਿਮਰ ਕੇ ਤੇ ਗੁਰੂ ਨਾਨਕ ਜੀ ਦਾ ਆਸਰਾ ਲਿਆ। ਜਾਂ ਕਈ ਵਿਦਵਾਨਾਂ ਨੇ ਇਹਦੇ ਅਰਥ ਇਵੇਂ ਵੀ ਕੀਤੇ ਆ ਕਿ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਗੁਰੂ ਨਾਨਕ ਜੀ ਨੇ ਪਹਿਲਾਂ ਅਕਾਲ ਪੁਰਖ ਨੂੰ ਸਿਮਰਿਆ ਹੈ, ਅਕਾਲ ਪੁਰਖ ਨੂੰ ਸਿਮਰਿਆ ਹੈ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਉਹੀ ਭਗਉਤੀ ਫਿਰ ਗੁਰੂ ਰਾਮਦਾਸ ਜੀ ਤੱਕ ਸਹਾਈ ਹੈ। ਕਈ ਵਿਦਵਾਨਾਂ ਨੇ ਜਦੋਂ ਸਰਚ ਕਰਕੇ ਬਰੀਕੀ ਨੂੰ ਸਮਝਿਆ ਤੇ ਉਹ ਅਰਥ ਕਰਦੇ ਇੱਥੇ ਤੱਕ ਚਲੇ ਗਏ। ਇਸ ਲਈ ਇੱਥੇ ਭਗਉਤੀ ਦਾ ਅਰਥ ਹੈ ਕਿ ਜਿਹਦੀ ਮਤ ਉੱਤਮ ਹੋ ਗਈ ਹੈ, ਜਿਹਦੇ ਮਤ ਵਿੱਚੋਂ ਪਾਪ ਦੀ ਮਲ ਜਿਹੜੀ ਹੈ ਉਹ ਧੁੱਪ ਗਈ ਹੈ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਸੋ ਭਗਉਤੀ ਜੋ ਭਗਵੰਤੈ ਜਾਣੈ। ਜਿਹੜਾ ਭਗਵੰਤ ਪਰਮੇਸ਼ਵਰ ਨੂੰ ਜਾਣਦਾ ਹੈ, ਜਿਹੜਾ ਸੰਸਾਰ ਵਿੱਚ ਨਿਰੰਕਾਰ ਨੂੰ ਜਾਣਦਾ ਹੈ, ਗੁਰ ਪ੍ਰਸਾਦੀ ਆਪ ਪਛਾਣੈ। ਇਹ ਲੱਛਣ ਨੇ, ਇਹ ਦੱਸ ਰਹੇ ਨੇ ਵੀ ਭਗਉਤੀ ਕਿੱਦਾਂ ਦਾ ਹੁੰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 9ਵੀਂ ਅਸ਼ਟਪਦੀ ਵਿੱਚ ਲੱਛਣ ਦੱਸੇ, ਜਿਵੇਂ ਬ੍ਰਹਮ ਗਿਆਨੀ ਦੇ ਲੱਛਣ ਦੱਸੇ ਆ, ਇਸੇ ਤਰ੍ਹਾਂ ਭਗਉਤੀ ਜਿਹੜਾ ਭਗਤੀ ਦੇ ਰੰਗ ਵਿੱਚ ਰੰਗਿਆ, ਉਹਦੇ ਵਿੱਚ ਗੁਣ ਕਿੱਦਾਂ ਦਾ ਹੁੰਦਾ ਹੈ, ਉਹਦੇ ਲੱਛਣ ਕਿੱਦਾਂ ਦੇ ਹੁੰਦੇ ਆ, ਉਹ ਉੱਥੇ ਵੀ ਦੱਸੇ ਨੇ। ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਦੱਸ ਰਹੇ ਆ
ਇਹ ਭਗਉਤੀ ਵਿੱਚ ਗੁਣ ਹੁੰਦਾ ਹੈ ਜੋ ਭਗਵੰਤੈ ਜਾਣੇ। ਜਿਹੜਾ ਭਗਵੰਤ ਪਰਮੇਸ਼ਵਰ ਅਕਾਲ ਪੁਰਖ ਨੂੰ ਵਾਹਿਗੁਰੂ ਜੀ ਨੂੰ ਜਾਣਦਾ ਹੈ, ਤੇ ਦੂਸਰਾ ਗੁਰ ਪ੍ਰਸਾਦੀ ਆਪ ਪਛਾਣੈ। ਜਿਹੜਾ ਗੁਰੂ ਦੀ ਕਿਰਪਾ ਦੁਆਰਾ ਗਿਆਨ ਹਾਸਲ ਕਰਕੇ ਆਪਣੇ ਆਪ ਦੀ ਪਛਾਣ ਕਰ ਲਵੇ, ਉਹਨੂੰ ਭਗਉਤੀ ਕਹਿੰਦੇ ਆ। ਜਿਹਨੂੰ ਆਪਣੇ ਆਪੇ ਦੀ ਪਛਾਣ ਕੋਈ ਨਹੀਂ ਤੇ ਉਹ ਬਾਹਰੋਂ ਭਗਤਾਂ ਵਾਲਾ ਰੂਪ ਬਣਾ ਕੇ ਬੈਠਾ ਹੈ, ਤੇ ਸਭ ਕਹਿੰਦੇ ਨੇ ਉਹ ਦੇਖਣਾ ਪੈਣਾ ਕਿ ਉਹਦੇ ਵਿੱਚ ਆਪ ਪਛਾਣੇ ਵਾਲਾ ਗੁਣ ਹੈ ਕਿ ਨਹੀਂ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 4 ਭਗਤ ਜਿਹੜੇ ਲਾਹੌਰ ਤੋਂ ਆਏ ਆ, ਕਿਉਂ ਨਹੀਂ ਬਾਣੀ ਉਹਨਾਂ ਦੀ ਦਰਜ ਕੀਤੀ? ਮਹਾਰਾਜ ਕਹਿੰਦੇ ਨੇ ਜਿਹੜੇ ਲੱਛਣ ਕਬੀਰ ਸਾਹਿਬ ਜੀ ਵਿੱਚ ਨੇ ਉਹ ਤੁਹਾਡੇ ਵਿੱਚ ਨਹੀਂ। ਮਹਾਰਾਜ ਕਹਿੰਦੇ ਭਗਤ ਪਿੱਲੂ ਜੀ, ਕਾਨਾ ਜੀ, ਸ਼ਾਹ ਹੁਸੈਨ ਜੀ, ਤੁਸੀਂ ਆਪਣੇ ਆਪ ਨੂੰ ਭਗਉਤੀ ਕਹਾ ਤਾਂ ਰਹੇ ਹੋ, ਪਰ ਜਿਹੜੇ ਭਗਉਤੀ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਆ ਉਹਨਾਂ ਨਾਲ ਤੁਹਾਡਾ ਤਾਲਮੇਲ ਹੀ ਕੋਈ ਨਹੀਂ ਬਣਦਾ। ਤੁਹਾਡਾ ਤਾਲਮੇਲ ਜਿਹੜਾ ਹੈ ਉਹ ਬਾਬਾ ਰਵਿਦਾਸ ਜੀ ਦੇ ਨਾਲ ਬਣਦਾ ਹੀ ਕੋਈ ਨਹੀਂ ਪਿਆ। ਬਾਬਾ ਫਰੀਦ ਸਾਹਿਬ ਜੀ ਨਾਲ ਤੁਹਾਡਾ ਤਾਲਮੇਲ ਬਣਦਾ ਹੀ ਕੋਈ ਨਹੀਂ ਪਿਆ, ਤੇ ਤੁਸੀਂ ਆਪਣੇ ਆਪ ਨੂੰ ਭਗਉਤੀ ਆਖਾ ਰਹੇ ਹੋ। ਜਦੋਂ ਗੁਰਬਾਣੀ ਪੜ੍ਹਨ ਵਾਲਾ ਸ਼ਬਦ ਦੀ ਵਿਚਾਰ ਨਾਲ ਜੁੜੇਗਾ ਤੇ ਉਹਦੇ ਸਾਹਮਣੇ ਜਦੋਂ ਕੋਈ ਬ੍ਰਹਮ ਗਿਆਨੀ ਬਣ ਕੇ ਬੈਠੇਗਾ, ਉਹ ਪਹਿਲਾਂ ਸ਼ਬਦ ਦੀ ਕਸਵੱਟੀ ਦੇ ਲਾ ਕੇ ਵੇਖੇਗਾ ਕਿ ਆਹ ਲੱਛਣ ਇਹਦੇ ਵਿੱਚ ਹਨ, ਤੇ ਜੇ ਆਹ ਵਾਲੇ ਗੁਣ ਇਹਦੇ ਵਿੱਚ ਨੇ, ਫਿਰ ਸਾਡਾ ਸਿਜਦਾ ਕਰਨਾ ਬਣਦਾ ਉਹਨੂੰ ਕਿ ਵਾਕਈ ਇਹ ਬ੍ਰਹਮ ਗਿਆਨੀ ਹੈ। ਪਰ ਉਹਨੂੰ ਸ਼ਬਦ ਦੀ ਕਸਵੱਟੀ ਦੇ ਲਾ ਕੇ ਦੇਖਣਾ ਪੈਣਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਗੁਰ ਪ੍ਰਸਾਦੀ ਆਪ ਪਛਾਣੈ। ਦੂਸਰਾ ਗੁਣ ਜਿਹੜਾ ਗੁਰੂ ਦੀ ਕਿਰਪਾ ਨਾਲ ਆਪਣੇ ਆਪੇ ਨੂੰ ਪਛਾਣਨ ਵਾਲਾ ਹੋਵੇ। ਧਾਵਤ ਰਾਖੈ ਇਕਤ ਘਰ ਆਣੈ, ਜੀਵਤ ਮਰੈ ਹਰ ਨਾਮ ਵਖਾਣੈ। ਸਾਹਿਬ ਜੀ ਕਹਿੰਦੇ ਧਾਵਤ ਰਾਖੈ, ਦੌੜਦੇ ਹੋਏ ਮਨ ਨੂੰ ਜਿਹੜਾ ਕਾਬੂ ਵਿੱਚ ਕਰਕੇ ਰੱਖੇ, ਉਹਨੂੰ ਭਗਉਤੀ ਕਹਿੰਦੇ ਆ। ਜਿਹਦਾ ਮਨ ਚੰਚਲ ਨਹੀਂ ਹੈ, ਚੰਚਲ ਦਾ ਮਤਲਬ ਚੱਲਦੇ ਰਹਿਣਾ, ਚੱਲਦੇ ਰਹਿਣਾ। ਇਹ ਮਨ ਨੂੰ, ਸੁਰਤ ਨੂੰ ਜਿਹੜਾ ਧਾਵਤ ਦੌੜਦੇ ਨੂੰ ਕਾਬੂ ਕਰੇ। ਇਕਤ ਘਰ ਆਣੈ, ਆਪਣੇ ਇੰਦਰੀਆਂ ਨੂੰ ਕਾਬੂ ਕਰਕੇ ਘਰ ਵਿੱਚ ਰੱਖੇ। ਇਹਦੇ ਜਿਹੜੇ ਗਿਆਨ ਇੰਦਰੇ ਨੇ, ਉਹ ਗਿਆਨ ਇੰਦਰੀਆਂ ਨੂੰ ਘਰ ਦੇ ਵਿੱਚ ਰੱਖੇ, ਪਰੋ ਕੇ ਰੱਖੇ, ਇਕੱਠਾ ਕਰਕੇ ਰੱਖੇ। ਇਹ ਨਾ ਹੋਵੇ ਕਿ ਇੱਕ ਗਿਆਨ ਇੰਦਰਾ ਕਿਤੇ ਤੇ ਦੂਜਾ ਕਿਤੇ। ਇਹ ਨਹੀਂ ਕਿ ਮਨ ਕਿਤੇ ਸੁਰਤ ਕਿਤੇ ਆ। ਸਭ ਕਹਿੰਦੇ ਨਹੀਂ, ਭਗਉਤੀ ਉਹ ਹੁੰਦਾ ਜਿਹੜਾ ਧਾਵਤ ਰੱਖੈ, ਜਿਹੜਾ ਦੌੜਦੇ ਹੋਏ ਆਪਣੇ ਮਨ ਨੂੰ ਰੋਕ ਕੇ ਰੱਖੇ, ਇੰਦਰੀਆਂ ਨੂੰ ਕਾਬੂ ਵਿੱਚ ਰੱਖੇ। ਜੀਵਤ ਮਰੈ, ਔਰ ਜੀਵੰਦਿਆਂ ਜੀ ਆਪਣੇ ਆਪ ਨੂੰ ਮਰੇ ਮਾਰ ਕੇ ਰੱਖੇ, ਭਾਵ ਅੰਦਰ ਦੇ ਹਉਮੈ ਨੂੰ ਮਾਰ ਕੇ ਰੱਖੇ। ਸਾਨੂੰ ਵੀ ਤਾਂ ਮਹਾਰਾਜ ਕਹਿੰਦੇ ਤੂੰ ਸ਼ਬਦ ਵਿੱਚ ਆ ਕੇ ਇੱਕ ਵਾਰੀ ਆਪਣਾ ਹਉਮੈ ਮਾਰ, ਉਸ ਤੋਂ ਬਾਅਦ ਜਿਹੜਾ ਤੂੰ ਜੀਵੇਂਗਾ ਨਾ, ਫਿਰ ਤੈਨੂੰ ਕੋਈ ਨਹੀਂ ਮਾਰ ਸਕਦਾ। ਸ਼ਬਦ ਮਰੋ ਫਿਰ ਜੀਵੋ ਸਦਹੀ, ਤਾਂ ਫਿਰ ਮਰਨ ਨਾ ਹੋਈ। ਇਹ ਹੈ ਭਗਉਤੀ ਵਾਲਾ ਗੁਣ ਕਿ ਜਿਹਨੇ ਸ਼ਬਦ ਦੇ ਰੰਗ ਵਿੱਚ ਰੰਗ ਕੇ ਆਪਣੇ ਆਪੇ ਨੂੰ ਮਾਰਿਆ, ਤੇ ਜਿਹਨੇ ਆਪਣੇ ਆਪੇ ਨੂੰ ਮਾਰਿਆ ਉਹਦੇ ਵਿੱਚੋਂ ਫਿਰ ਜਨਮ ਹੋਇਆ, ਉਹਨੂੰ ਦੁਬਾਰਾ ਕੋਈ ਨਹੀਂ ਮਾਰ ਸਕਿਆ। ਜਿਹਨੂੰ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਕਹਿੰਦੇ ਆ ਕਿ ਤੇਰੀ ਹਾਲਤ ਇਸ ਤਰ੍ਹਾਂ ਦੀ ਹੋ ਜਾਏ। ਭਗਉਤੀ ਦੀ ਅਵਸਥਾ ਕੀ ਹੁੰਦੀ ਹੈ? ਅੱਖੀਂ ਵਾਜੋਂ ਵੇਖਣਾ, ਬਿਨ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ, ਬਿਨ ਹੱਥਾਂ ਕਰਨਾ, ਜੀਭਹਿ ਬਾਜੋਂ ਬੋਲਣਾ, ਇਉਂ ਜੀਵਤ ਮਰਨਾ। ਇਹ ਗੁਣ ਨੇ ਭਗਉਤੀ ਦੇ। ਕਹਿਣ ਲੱਗੇ ਜੀਭਹਿ ਬਾਜੋਂ ਬੋਲਣਾ, ਇਉਂ ਜੀਵਤ ਮਰਨਾ। ਆਪਣੇ ਆਪ ਨੂੰ ਇਸ ਤਰ੍ਹਾਂ ਅੰਦਰੋਂ ਮਾਰ ਕੇ ਰੱਖਣਾ, ਇਹ ਭਗਉਤੀ ਵਾਲਾ ਗੁਣ ਹੈ। ਤਾਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜੀਵਤ ਮਰੈ ਹਰ ਨਾਮ ਬਖਾਣੈ। ਤੇ ਫਿਰ ਇਸ ਤਰ੍ਹਾਂ ਦੀ ਅਵਸਥਾ ਵਿੱਚ ਹਰ ਵੇਲੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਨਾਮ ਦਾ ਹੀ ਅੰਦਰ ਸਿਮਰਨ ਕਰਦਾ ਹੋਵੇ, ਨਾਮ ਜਿਹੜਾ ਉਹ ਮੁਖ ਤੋਂ ਜਪਦਾ ਹੋਵੇ। ਐਸਾ ਭਗਉਤੀ ਉਤਮ ਹੋਏ,
ਨਾਨਕ ਸੱਚ ਸਮਾਵੈ ਸੋਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਐਸਾ ਭਗਉਤੀ ਉੱਤਮ ਹੋਏ, ਉੱਚੀ ਮੱਤ ਵਾਲਾ, ਸ੍ਰੇਸ਼ਟ ਮੱਤ ਵਾਲਾ, ਐਸਾ ਜਿਹਦੇ ਵਿੱਚ ਆਹ ਗੁਣ ਹੋਣ, ਜਿਹੜਾ ਪਰਮੇਸ਼ਵਰ ਨੂੰ ਜਾਣਦਾ ਹੋਵੇ, ਗੁਰੂ ਦੀ ਕਿਰਪਾ ਨਾਲ ਆਪਣਾ ਆਪਾ ਪਛਾਣਨ ਵਾਲਾ ਹੋਵੇ, ਔਰ ਆਪਣੇ ਮਨ ਨੂੰ ਕਾਬੂ ਕਰਕੇ, ਇੰਦਰੀਆਂ ਨੂੰ ਕਾਬੂ ਕਰਕੇ ਘਰ ਵਿੱਚ ਰੱਖਣ ਵਾਲਾ ਹੋਵੇ, ਔਰ ਜੀਵਦਿਆਂ ਜੀ ਆਪਣੇ ਆਪੇ ਨੂੰ ਮਾਰ ਕੇ ਹਰ ਵੇਲੇ ਪਰਮੇਸ਼ਵਰ ਦੇ ਨਾਮ ਨੂੰ ਉਚਾਰਨ ਵਾਲਾ ਹੋਵੇ, ਐਸਾ ਭਗਉਤੀ ਉੱਤਮ ਹੋਏ। ਆ ਲੱਛਣ, ਆ ਗੁਣਾ ਵਾਲਾ ਭਗਉਤੀ ਜਿਹੜਾ ਰੱਬ ਦਾ ਪਿਆਰਾ ਹੈ, ਭਗਤ ਹੈ, ਉਹ ਉੱਚੀ ਮੱਤ ਵਾਲਾ ਹੁੰਦਾ ਹੈ। ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਫਿਰ ਆ ਉੱਤਮ ਮੱਤ ਵਾਲਾ ਹੀ ਸੱਚ ਸਮਾਵੈ ਸੋਏ, ਉਸ ਸੱਚ ਦੇ ਵਿੱਚ ਸਮਾ ਜਾਂਦਾ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਹਦੇ ਵਿੱਚ ਸਮਾਉਣਾ, ਉਹਦੇ ਵਰਗੇ ਗੁਣ ਵੀ ਤਾਂ ਚਾਹੀਦੇ ਆ, ਉਹਦੇ ਵਰਗਾ ਗੁਣ ਵੀ ਤਾਂ ਚਾਹੀਦੇ। ਜੈਸੇ ਗੁਣ ਪਰਮੇਸ਼ਵਰ ਵਿੱਚ ਨੇ, ਸਾਨੂੰ ਉਹ ਸਾਰੇ ਗੁਣ ਗ੍ਰਹਿਣ ਕਰਨੇ ਪੈਣੇ ਆ। ਉਹ ਕਿਵੇਂ ਹੋਣਗੇ? ਉਹ ਗੁਣ ਕਿੱਥੇ ਨੇ? ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਇੱਕ ਸ਼ਬਦ ਵਿੱਚ ਅਨੰਤ ਗੁਣ ਭਰੇ ਹੋਏ ਨੇ। ਅਸੀਂ ਇੱਕ ਇੱਕ ਸ਼ਬਦ ਵਿੱਚੋਂ ਦੀ ਉਹਨਾਂ ਗੁਣਾਂ ਨੂੰ ਗ੍ਰਹਿਣ ਕਰਨਾ ਹੈ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਉਹ ਹੀਰੇ ਦਾ ਮਤਲਬ ਕੀ ਹੈ? ਗੁਣ। ਅਸੀਂ ਆ ਰਤਨ ਹੈ ਕੀਮਤੀ, ਜਿਹਦੇ ਵਿੱਚੋਂ ਹੀਰੇ ਸ਼ੁਭ ਗੁਣ ਗ੍ਰਹਿਣ ਕਰਨੇ ਆ। ਜੇ ਰੋਜ਼-ਰੋਜ਼ ਇੱਕ ਇੱਕ ਵੀ ਗੁਣ ਗ੍ਰਹਿਣ ਕਰਾਂਗੇ ਤੇ ਕਿੰਨੇ ਗੁਣਾਂ ਦੇ ਮਾਲਕ ਬਣ ਜਾਾਂਗੇ। ਅਸੀਂ, ਸਾਡਾ ਭਾਂਡਾ ਸ਼ੁਭ ਗੁਣਾਂ ਨਾਲ ਭਰਪੂਰ ਹੋ ਜਾਏਗਾ। ਫਿਰ ਜਾ ਕੇ ਸੱਚ ਦੇ ਵਿੱਚ ਸਮਾਉਣਾ, ਸੱਚ ਦੇ ਵਿੱਚ ਜਿਹੜਾ ਲੀਨ ਹੋਣਾ ਹੋਵੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹ ਪਾਵਨ 2 ਸ਼ਲੋਕ ਜਿਹੜੇ ਆ, ਜਿਹਦੇ ਵਿੱਚ ਗੁਰੂ ਸਾਹਿਬ ਨੇ ਸਮਝਾਉਣ ਦਾ ਯਤਨ ਕੀਤਾ ਕਿ ਤੁਸੀਂ ਆਪਣੇ ਅੰਦਰ ਇੱਕ ਤੜਪ ਬਣਾਓ ਕਿ ਮੈਂ ਸੱਚੇ ਗੁਰੂ ਨੂੰ ਮਿਲਣਾ ਹੈ। ਫਿਰ ਪਰਮੇਸ਼ਵਰ ਤੁਹਾਡੇ ਅੰਦਰ ਆਤਮੇ ਦੀ ਆਵਾਜ਼ ਨੂੰ ਸੁਣ ਕੇ ਤੁਹਾਨੂੰ ਸਤਿਗੁਰੂ ਨਾਲ ਮਿਲਾਵੇਗਾ। ਸਤਿਗੁਰੂ ਨੂੰ ਮਿਲ ਕੇ ਫਿਰ ਤੁਸੀਂ ਸੱਚੇ ਰੰਗ ਵਿੱਚ ਰੰਗ ਜਾਣਾ, ਨਾਮ ਦੇ ਰੰਗ ਵਿੱਚ ਰੰਗਣਾ। ਗੁਰਮੁਖਾਂ ਦੀ ਸੰਗਤ ਕਰਕੇ ਆਪਣੇ ਅੰਦਰ ਪਾਪ ਦੀ ਮਲ ਨੂੰ ਧੋਣਾ, ਤੇ ਫਿਰ ਜੀਵਦਿਆਂ ਜੀ ਆਪਣੇ ਅੰਦਰ ਨੂੰ ਮਾਰਨਾ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ ਪਾਸ। ਫਿਰ ਕਹਿੰਦੇ ਨੇ ਤੁਹਾਡਾ ਸੱਚ ਵਿੱਚ ਸਦਾ ਲਈ ਸਮਾਉਣਾ ਹੋ ਜਾਵੇਗਾ। ਜਿੱਥੇ ਇਹ ਪਾਵਨ ਵਿਚਾਰ ਆਪ ਜੀ ਨੇ ਅੱਜ ਦੇ ਇਸ ਸਮੇਂ ਵਿੱਚ ਵਿਚਾਰ ਕੇ ਸਮਝਣਾ ਕੀਤੀ ਹੈ, ਉੱਥੇ ਅੱਜ ਧੰਨ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਦੂਸਰੇ ਸਤਿਗੁਰੂ ਜੀ ਦਾ ਸਰੀਰਕ ਚੋਲਾ ਤਿਆਗਣਾ ਔਰ ਜੋਤੀ ਜੋਤ ਸਮਾਵਣ ਦਾ ਅੱਜ ਇਹ ਦਿਨ ਹੈ। ਅੱਜ ਦੇ ਦਿਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਉਂਕਿ ਪਿਛਲੇ ਦਿਨੀ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਭਾਵਨਾ ਨਾਲ ਮਨਾਇਆ, ਔਰ ਆਪ ਗੁਰੂ ਸਾਹਿਬ ਜੀ ਨੇ ਜਿਹੜਾ ਆਪਣੇ ਆਸਨ ਤੇ ਬਿਠਾ ਕੇ ਸਾਰੀਆਂ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਜ਼ਿੰਮੇਵਾਰੀਆਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਦਿੱਤੀਆਂ ਨੇ। ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਪ੍ਰਕਾਸ਼ 1504 ਨੂੰ ਹੁੰਦਾ ਹੈ, ਜੋ ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਤੋਂ 25 ਸਾਲ ਛੋਟੇ ਨੇ। ਜੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਵੇਖੀਏ ਤੇ 1479 ਦਾ ਹੈ, ਤੇ 1504 ਦਾ ਪ੍ਰਕਾਸ਼ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਤਿਗੁਰੂ ਦਾ ਹੈ। ਪਰ ਜਿਸ ਦਿਨ ਗੁਰਤਾ ਗੱਦੀ ਦਿੱਤੀ ਹੈ, ਉਸ ਵੇਲੇ ਉਮਰ ਨਹੀਂ ਵੇਖੀ ਵੀ ਇਹ ਮੇਰੇ ਨਾਲੋਂ ਉਮਰ ਦੇ ਕਿੰਨੇ ਵੱਡੇ ਆ, ਕਿਉਂਕਿ ਇੱਥੇ ਬਾਹਰ ਸਰੀਰ ਦੀ ਉਮਰ ਨਹੀਂ ਵੇਖੀ ਜਾਂਦੀ, ਇੱਥੇ ਅੰਦਰ ਦੀ ਭਾਵਨਾ ਨੂੰ ਵੇਖ ਕੇ ਫਲ ਲੱਗਦਾ ਹੈ ਕਿ ਅਸੀਂ ਅੰਦਰੋਂ ਕਿੰਨੀ ਕੁ ਭਾਵਨਾ ਨਾਲ ਭਿੱਜ ਕੇ ਆ ਰਹੇ ਹਾਂ। ਇੱਥੇ ਜਿੰਨੀ ਪਿਆਰ ਭਾਵਨਾ ਨਾਲ ਭਿੱਜ ਕੇ ਆਵਾਂਗੇ, ਉਨੀਆਂ ਬਖਸ਼ਿਸ਼ਾਂ ਸਤਿਗੁਰੂ ਦੇ ਘਰ ਤੋਂ ਮਿਲਦੀਆਂ ਨੇ। ਜਿਹੜਾ ਹੁਕਮ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕਮਾਇਆ ਹੈ, ਉਹ ਪੁੱਤਰੀ ਕੌਲ ਨਾ ਪਾਲਿਓ, ਇਹ ਗੁਰੂ ਸਾਹਿਬ ਜੀ ਨੇ
ਇਹ ਗਵਾਹੀ ਭਰੀ ਹੈ ਬਾਣੀ ਦੇ ਅੰਦਰ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ 1532 ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਪਹਿਲੀ ਵਾਰ ਆਉਂਦੇ ਆ, ਜਦੋਂ ਕਰਤਾਰਪੁਰ ਦੇ ਵਿੱਚ ਆ ਕੇ, ਕਿਉਂਕਿ ਇਸ ਤੋਂ ਪਹਿਲਾਂ ਤਾਂ ਯਾਤਰਾਵਾਂ ਹੀ ਚੱਲ ਰਹੀਆਂ ਨੇ। 1526 ਦੇ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਪਿਤਾ ਜੀ ਸਰੀਰਕ ਚੋਲਾ ਤਿਆਗ ਦਿੰਦੇ ਆ, ਤੇ 26 ਤੋਂ ਲੈ ਕੇ 32 ਤੱਕ ਯਾਤਰਾ ਪਹਿਲਾਂ ਪਿਤਾ ਜੀ ਦੇ ਨਾਲ ਜਾਂਦੇ ਰਹੇ, ਫਿਰ ਆਪ ਜਿਹੜਾ ਉਹ ਜਥਾ ਬਣਾ ਕੇ ਜਾਂਦੇ ਰਹੇ, ਔਰ ਨਾਲ ਨਾਲ ਖਡੂਰ ਸਾਹਿਬ ਆਪਣੀ ਹੱਟੀ ਵੀ ਦੁਕਾਨਦਾਰੀ ਵੀ ਸੰਭਾਲਦੇ ਰਹੇ। ਔਰ ਇਸ ਦੁਕਾਨਦਾਰੀ ਦੇ ਦੌਰਾਨ ਦੋ ਪਿਆਰ ਵਾਲੀਆਂ ਰੂਹਾਂ ਐਸੀਆਂ ਮਿਲੀਆਂ ਨੇ ਕਿ ਜਿਨੇ ਕਰਤਾਰਪੁਰ ਦੇ ਅੰਦਰ ਜਾਣ ਲਈ ਮਜਬੂਰ ਕਰ ਦਿੱਤਾ ਹੈ। ਇੱਕ ਤੜਪ ਅੰਦਰ ਲਾ ਦਿੱਤੀ ਗੁਰੂ ਨਾਨਕ ਸਾਹਿਬ ਜੀ ਕੋਲ ਆਉਣ ਦੀ। ਉਹ ਭਾਈ ਸ਼ੀਹਿਆਂ ਦਾ ਸਬਰ ਤੇ ਭਾਈ ਜੋਧ ਦਾ ਗੁਰਬਾਣੀ ਦੇ ਨਾਲ ਪਿਆਰ ਇੰਨਾ ਕੁ ਅੰਦਰ ਭਿੱਜਿਆ ਸੀ ਭਾਈ ਜੋਧ ਦਾ ਕਿ ਦੁਕਾਨ ਤੇ ਸੌਦਾ ਲੈਣ ਆਉਂਦੇ ਵੀ ਬਾਣੀ ਹੋਈ ਪੜੀ ਜਾਂਦੇ ਆ, ਸ਼ਬਦ ਹੀ ਪੜੀ ਜਾਂਦੇ ਆ। ਜਿੰਨੇ ਨੂੰ ਸੌਦਾ ਤੋਲਣਾ ਉਹਨੇ ਨੂੰ ਸ਼ਬਦ ਪੜੀ ਜਾਣਾ। ਤੇ ਭਾਈ ਸ਼ੀਹਿਆਂ ਦਾ ਸਬਰ ਸੰਤੋਖ ਇੰਨਾ ਵੱਡਾ ਵੇਖਿਆ, ਅੱਜ ਮਨ ਕਰਦਾ ਸੀ ਵੀ ਗੁਰੂ ਨਾਨਕ ਸਾਹਿਬ ਦੇ ਦਰ ਤੇ ਜਾਣਾ। ਤੜਪ ਸੀ ਨਾ, ਉਹ ਤੜਪ ਲਿਆਈ। 1532 ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨਾਲ ਮੇਲ ਹੋਇਆ। ਬਸ ਉਹ ਮੇਲ ਕਾਹਦਾ ਸੀ, ਆਪਣਾ ਆਪਾ ਹੀ ਸਮਰਪਣ ਕਰ ਦਿੱਤਾ। ਔਰ 32 ਤੋਂ ਲੈ ਕੇ 39 ਤੱਕ ਫਿਰ ਗੁਰੂ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਸੇਵਾ ਨੂੰ ਕਮਾਇਆ, ਹੁਕਮ ਨੂੰ ਮੰਨਿਆ ਹੈ। ਔਰ ਸੇਵਾ ਕਰਦਿਆਂ ਹੁਕਮ ਨੂੰ ਮੰਨਦਿਆਂ ਜਿਹੜੀ ਗੱਲ ਸਮਝ ਵਿੱਚ ਆਈ, ਉਹ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਬਣ ਕੇ ਦੁਨੀਆ ਨੂੰ ਸਮਝਾਇਆ। ਜੋ ਸਮਝਿਆ ਉਹ ਦੁਨੀਆ ਨੂੰ ਸਮਝਾਇਆ ਗੁਰੂ ਸਾਹਿਬ ਨੇ। ਜੇ 100 ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਅੰਗਦ ਸਾਹਿਬ ਜੀ ਦੇ 63 ਸ਼ਲੋਕ ਨੇ, 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਆਪਾਂ ਪਹਿਲੀ ਵਾਰ ਗੁਰੂ ਰਾਮਦਾਸ ਪਾਤਸ਼ਾਹ ਸ਼੍ਰੀ ਰਾਗ ਵਿੱਚ ਰੋਜ਼ ਲੜੀਵਾਰ ਗੁਰਬਾਣੀ ਦੀ ਵਿਚਾਰ ਸੁਣ ਰਹੇ ਹਾਂ। ਤੇ ਗੁਰੂ ਅੰਗਦ ਸਾਹਿਬ ਜੀ ਦੇ 63 ਸ਼ਲੋਕ 9 ਵਾਰਾਂ ਦੇ ਰੂਪ ਵਿੱਚ ਸਾਨੂੰ ਮਿਲਣਗੇ। ਵਾਰ ਕਿਸੇ ਗੁਰੂ ਸਾਹਿਬ ਦੀ ਹੈ, ਪਰ ਉਹਦੇ ਵਿੱਚ ਸ਼ਲੋਕ ਜਿਹੜੇ ਨਾਲ ਸੁਭਾਏਮਨ ਕੀਤੇ ਆ, ਉਹਦੇ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ। ਜਿਵੇਂ ਆਸਾ ਕੀ ਵਾਰ ਹੈ, ਆਸਾ ਕੀ ਵਾਰ ਵਿੱਚ ਸ਼ਲੋਕ ਗੁਰੂ ਅੰਗਦ ਸਾਹਿਬ ਦਾ, ਜੇ 100 ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਆਖਿਆ ਵੀ ਤੁਸੀਂ ਗੁਰੂ ਸਾਹਿਬ ਦੇ ਦਰ ਤੇ ਆਪਣਾ ਆਪਾ ਇੰਨਾ ਕੁ ਸਮਰਪਣ ਕਰ ਦਿਓ ਕਿ ਤੁਹਾਡੀ ਅਵਸਥਾ ਬਾਹਰ ਦੀ ਖਤਮ ਹੋ ਜਾਏ ਤੇ ਅੰਦਰ ਦੀ ਅਵਸਥਾ ਤੁਹਾਡੀ ਗੁਰੂ ਨਾਲ ਜੁੜ ਜਾਏ। ਉਹ ਪਹਿਲਾਂ ਹੀ ਤੁਹਾਡੇ ਨਾਲ ਸਾਂਝਾ ਕਰ ਦਿੱਤਾ, ਅੱਖੀਂ ਵਾਜੋਂ ਵੇਖਣਾ ਬਿਨ ਕੰਨਾਂ ਸੁਣਨਾ। ਮਹਾਰਾਜ ਕਹਿੰਦੇ ਇੰਨਾ ਆਪਣਾ ਆਪਾ ਖਤਮ ਕਰ ਦਿਓ ਕਿ ਬਾਹਰ ਦੀ ਹੋਂਦ ਖਤਮ ਹੋ ਜਾਏ ਤੇ ਅੰਦਰ ਦੀ ਹੋਂਦ ਜਿਹੜੀ ਆ ਉਹ ਤੁਹਾਡੀ ਗੁਰੂ ਦੇ ਨਾਲ ਜੁੜ ਜਾਏ। 32 ਤੋਂ ਲੈ ਕੇ 39 ਤੱਕ ਦੇ ਸਮੇਂ ਤੱਕ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਪਣੇ ਆਪ ਨੂੰ ਇੰਨਾ ਕੁ ਘੜ ਦਿੱਤਾ। ਕਿਹਦੇ ਵਿੱਚ ਘੜਿਆ? ਸ਼ਬਦ ਦੀ ਸੱਚੀ ਟਕਸਾਲ ਵਿੱਚ। ਬਾਹਰੋਂ ਹੁਕਮ ਮੰਨਦੇ ਗਏ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਲ ਪਾਏ ਸੀ। ਗੁਰੂ ਭਾਈ ਲਹਿਣਾ ਜੀ ਬਣ ਕੇ ਆਏ ਸਨ, ਪਰ ਹੁਕਮ ਨੂੰ ਕਮਾਉਂਦਿਆਂ ਕਮਾਉਂਦਿਆਂ ਸ਼ਬਦ ਵਿੱਚ ਆਪਣੇ ਆਪ ਨੂੰ ਘੜਦਿਆਂ ਘੜਦਿਆਂ ਇੰਨਾ ਕੁ ਘੜ ਲਿਆ ਸੀ ਕਿ ਇੱਕ ਦਿਨ ਭਾਈ ਲਹਿਣਾ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਰੂਪ ਭਾਵ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਬਣ ਕੇ ਖਡੂਰ ਸਾਹਿਬ ਦੇ ਪਵਿੱਤਰ ਅਸਥਾਨ ਤੇ ਬੈਠ ਗੁਰਮਤਿ ਦਾ ਪ੍ਰਚਾਰ ਕਰਦੇ ਨੇ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਇੱਥੇ ਦੋ ਗੱਲਾਂ ਦਾ ਧਿਆਨ ਰੱਖਿਆ। ਦੋ ਨਹੀਂ, ਗੱਲਾਂ ਤੇ ਕਾਫੀ ਨੇ। ਇੱਕ ਬਚਪਨ ਹੈ ਤੇ ਇੱਕ ਜੋਬਨ। ਬਚਪਨ ਦੀ ਕਹਾਣੀ ਵੀ ਅੱਜ ਆਪਾਂ ਦੇਖ ਰਹੇ ਹਾਂ ਵਿਗੜਦੀ ਜਾ ਰਹੀ ਹੈ। ਜੋਬਨ ਤਾਂ ਜਿਹੜੇ ਰਾਹ ਪਿਆ ਅੱਜ ਦਾ ਉਹ ਆਪਾਂ ਸਾਰੇ ਵੇਖਦੇ ਹੀ ਹਾਂ ਕਿ ਜੋਬਨ ਕਿਹੜੇ ਰਾਹ ਪੈ ਗਿਆ। ਪਰ ਜੋਬਨ ਨੂੰ ਛੱਡੋ, ਅੱਜ ਦਾ ਬਚਪਨ ਵੀ ਵੇਖ ਲਓ ਕਿਹੜੇ ਰਾਹ ਪੈ ਗਿਆ।
ਅੱਜ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ, ਮਹਾਰਾਜ ਕਿਰਪਾ ਕਰਨ ਕਿਤੇ ਸਾਨੂੰ ਸਮੱਤ ਦੇਣ। ਗੁਰਬਾਣੀ ਨੇ 10 ਤੇ 12 ਸਾਲ ਦੀ ਅਵਸਥਾ ਵਿੱਚ ਬਾਲ ਅਵਸਥਾ ਹੀ ਮੰਨਿਆ ਹੈ। 12 ਬਰਸ ਬਾਲਪਨ ਬੀਤੇ, ਗੁਰਬਾਣੀ ਨੇ ਜ਼ਿਕਰ ਕੀਤਾ। 10 ਬਾਲਤਨ 20 ਰਵਣ, 10 ਵੀ ਬਾਲ ਅਵਸਥਾ ਵਿੱਚ ਲਿਆਂਦਾ ਤੇ 12 ਸਾਲ ਵੀ ਬਾਲ ਅਵਸਥਾ ਵਿੱਚ। ਔਰ ਜਦੋਂ ਕਲਿੱਪ ਬਣ ਕੇ ਆਉਂਦੇ ਆ ਨਾ ਵੀਡੀਓ ਦੇ, ਤੇ 12 ਸਾਲ ਦਾ ਬੱਚਾ ਨਸ਼ਾ ਕਰਦਾ ਵੇਖਿਆ, ਨਸ਼ੇ ਕਰਦੇ ਪਏ ਆ। 12 ਸਾਲ ਦੇ ਬੱਚੇ ਲੁੱਕ ਕੇ ਛੁਪ ਕੇ, ਜਿੰਨੇ ਵੀ ਸਮਾਜ ਵਿੱਚ ਨਸ਼ੇ ਨੇ, ਇਹ 12 ਸਾਲ ਦੇ ਬੱਚਿਆਂ ਨੂੰ ਨਸ਼ੇ ਲੱਗ ਗਏ। ਇਹਨਾਂ ਦਾ ਜੋਬਨ ਕੀ ਕਹੇਗਾ? ਇਹ ਜੋਬਨ ਤੱਕ ਪਹੁੰਚ ਵੀ ਪਾਉਣਗੇ? ਜੇ 12 ਸਾਲ ਦੇ ਬੱਚੇ ਨੂੰ ਨਸ਼ਾ ਲੱਗ ਗਿਆ ਤੇ ਕੀ ਇਹ ਜੋਬਨ ਤੱਕ ਕਾਇਮ ਰਹੇਗਾ? ਨਹੀਂ, ਜੋਬਨ ਤਾਂ ਅੰਦਰੋਂ ਖੋਖਲਾ ਹੋ ਜਾਣਾ ਇਹਨਾਂ ਦਾ। 12 ਸਾਲ ਵੀ ਛੱਡੋ, ਇੱਕ ਹੋਰ ਬੜਾ ਵੱਡਾ ਨਸ਼ਾ ਸਾਨੂੰ ਲੱਗਾ ਹੋਇਆ ਹੈ, ਜਿਹੜਾ ਜੰਮਦੇ ਬੱਚੇ ਨੂੰ ਲੱਗ ਗਿਆ। 12 ਸਾਲ ਤਾਂ ਫਿਰ ਵੀ 12 ਸਾਲ ਲੰਘਣੇ ਆ ਨਾ। ਅੱਜ ਦੇ ਹਾਲਾਤ ਐਸੇ ਨੇ, ਅਸੀਂ ਇੱਕ ਨਸ਼ਾ ਤਾਂ ਆਪ ਹੀ ਲਾਇਆ ਹੋਇਆ ਹੈ। ਕਈ ਨਸ਼ੇ ਐਸੇ ਨੇ ਜਿਨ੍ਹਾਂ ਤੋਂ ਮਾਪੇ ਡਰਦੇ ਆ ਸਾਡੇ ਬੱਚਿਆਂ ਨੂੰ ਨਾ ਲੱਗ ਜਾਏ, ਪਰ ਇੱਕ ਨਸ਼ਾ ਆਪ ਹੀ ਆਪਣੇ ਬੱਚੇ ਨੂੰ ਲਾਈ ਜਾਂਦੇ ਆ ਅਸੀਂ। ਉਹ ਕਿਹੜਾ ਨਸ਼ਾ ਹੈ? ਮੋਬਾਈਲ ਦਾ। ਉਹ ਕਿਹੜਾ ਨਸ਼ਾ ਹੈ? ਬੱਚਾ ਰੋ ਰਿਹਾ, ਮਾਂ ਕੰਮ ਕਰਦੀ ਪਈ ਹੈ, ਉਹ ਕਹਿੰਦੀ ਮੇਰਾ ਕੰਮ ਨਾ ਰਹਿ ਜਾਏ, ਬੱਚੇ ਨੂੰ ਮੋਬਾਈਲ ਚਲਾ ਕੇ ਫੜਾ ਦਿੱਤਾ। ਹੁਣ ਬੱਚਾ ਮੋਬਾਈਲ ਵਿੱਚ ਮਸਤ ਹੋਇਆ ਪਿਆ, ਉਹਨੂੰ ਮਾਂ ਚੇਤੇ ਹੀ ਨਹੀਂ ਆ ਰਹੀ, ਰੋ ਵੀ ਨਹੀਂ ਰਿਹਾ, ਉਹ ਜੋਸ਼ ਦੇਖ ਰਿਹਾ, ਰੰਗ ਬਰੰਗੇ ਸੀਨ ਦੇਖ ਰਿਹਾ, ਬੱਚਾ ਉਹਦੇ ਵਿੱਚ ਹੀ। ਇਹ ਨਸ਼ਾ ਨਹੀਂ ਤੇ ਹੋਰ ਕੀ ਹੈ? ਜੰਮਦੇ ਬੱਚੇ ਨੂੰ ਮੋਬਾਈਲ ਦਾ ਨਸ਼ਾ ਐਸਾ ਲੱਗ ਗਿਆ, ਹੁਣ ਉਹ ਤੜਪਦਾ। ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਹੈ ਤਿਵੇਂ ਤਿਵੇਂ ਤੜਪਦਾ। ਹੁਣ ਉਹ ਚਿੜਚਿੜਾਪਨ ਉਹਦਾ ਆ ਗਿਆ, ਉਹਦਾ ਸੁਭਾਅ ਹੋਰ ਹੋ ਗਿਆ, ਮਾਪਿਆਂ ਦੀ ਗੱਲ ਨਹੀਂ ਸੁਣਦਾ। ਕਿਉਂ? ਕਿਉਂਕਿ ਇੱਕ ਨਸ਼ਾ ਤੇ ਅਸੀਂ ਆਪਣੇ ਫਾਇਦੇ ਵਾਸਤੇ ਆਪ ਹੀ ਬੱਚਿਆਂ ਨੂੰ ਲਾ ਦਿੱਤਾ। ਹੁਣ ਬੱਚਿਆਂ ਦੀ ਹਾਲਤ ਇਦਾਂ ਦੀ ਹੋ ਚੁੱਕੀ ਹੈ ਕਿ ਜਦੋਂ 10-12 ਸਾਲ ਤੱਕ ਪਹੁੰਚਦੇ ਆ, ਅੱਖਾਂ ਤੇ ਐਨਕਾਂ ਲੱਗ ਜਾਂਦੀਆਂ ਨੇ। 10-12 ਸਾਲ ਤੱਕ ਪਹੁੰਚਦੇ ਆ ਤਾਂ ਹੱਥ ਕੰਬਣ ਲੱਗ ਜਾਂਦੇ ਆ, ਉਂਗਲਾਂ ਜਿਹੜੀਆਂ ਨੇ ਉਹ ਆਪਣੇ ਆਪ ਹੀ ਚੱਲਦੀਆਂ ਨੇ। ਇਹ ਨਸ਼ਾ ਕਿਹਨੇ ਲਾਇਆ? ਇਹ ਅਸੀਂ ਹੀ ਆਪਣੇ ਬੱਚਿਆਂ ਨੂੰ ਨਸ਼ਾ ਲਾ ਦਿੱਤਾ। ਗੁਰੂ ਸਾਹਿਬ ਜੀ ਕਿਰਪਾ ਕਰਨ, ਗੁਰੂ ਅੰਗਦ ਦੇਵ ਮਹਾਰਾਜ ਨੇ ਬਕਾਇਦਾ ਗੁਰਮੁਖੀ ਅੱਖਰ ਤਾਂ ਪਹਿਲਾਂ ਵੀ ਮੌਜੂਦ ਸਨ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ, ਕਬੀਰ ਸਾਹਿਬ ਨੇ 52 ਅੱਖਰੀ ਦਾ ਉਚਾਰਨ ਕੀਤਾ ਹੈ। ਅੱਖਰ ਮੌਜੂਦ ਸੀ, ਪਰ ਉਹਨਾਂ ਦੀ ਬਣਤਰ ਊੜਾ, ਐੜਾ, ਈੜੀ, ਸੱਸਾ, ਹਾਹਾ, ਇਹ ਬਣਤਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਬਣਾਉਂਦੇ ਆ। ਉਹਨੂੰ ਗੁਰਮੁਖੀ ਦੇ ਵਿੱਚ ਬਣਤਰ ਬਣਾ ਕੇ ਬਕਾਇਦਾ ਫੱਟੀ ਉੱਤੇ ਲਿਖ ਕੇ ਬੱਚਿਆਂ ਨੂੰ ਕੋਲ ਬਿਠਾ ਕੇ ਸਤਿਗੁਰੂ ਜੀ ਗੁਰਮੁਖੀ ਅੱਖਰ ਉਹਨਾਂ ਨੂੰ ਪੜ੍ਹਾਉਂਦੇ ਆ। ਅੱਜ ਸਾਡੇ ਵਿੱਚ ਬੜੀ ਵੱਡੀ ਕਮਜ਼ੋਰੀ ਆ ਗਈ ਕਿ ਅਸੀਂ ਬੱਚਿਆਂ ਨੂੰ ਕੋਲ ਬਿਠਾ ਕੇ ਉਹਨਾਂ ਨੂੰ ਪਾਠ ਨਹੀਂ ਕਰਵਾ। ਜਿਹੜੇ ਕਰਾ ਰਹੇ ਆ ਮੁਬਾਰਕ ਹੈ, ਇਹ ਨਹੀਂ ਕਿ ਬੀਜ ਨਾਸ਼ ਹੈ। ਬਹੁਤ ਐਸੇ ਬੱਚੇ ਨੇ ਜਿਹੜੇ ਸਾਡੇ ਨਾਲੋਂ ਵੀ ਵੱਧ ਗੁਰਬਾਣੀ ਕੰਠ ਕਰੀ ਬੈਠੇ ਆ, ਸਾਡੇ ਨਾਲੋਂ ਵੀ ਵੱਧ ਗੁਰਬਾਣੀ ਦਾ ਪਾਠ ਜਾਪ ਕਰਦੇ, ਮੁਬਾਰਕ ਹੈ। ਪਰ ਬਹੁਤ ਐਸੇ ਵੀ ਬੱਚੇ ਨੇ ਜਿਹੜੇ ਨਿਤਨੇਮ ਦਾ ਗੁਟਕਾ ਸਾਹਿਬ ਹੱਥ ਵਿੱਚ ਪਕੜਨਾ ਹੀ ਨਹੀਂ ਚਾਹੁੰਦੇ, ਜਿਹੜੇ ਮੁਖ ਤੋਂ ਵਾਹਿਗੁਰੂ ਬੋਲਣਾ ਹੀ ਨਹੀਂ ਚਾਹੁੰਦੇ। ਆ ਨੌਜਵਾਨ ਅੱਜ ਦੇਖੋ, ਜਿੰਨੇ ਵੀ ਵਿਦਿਆਲਿਆ ਬਣੇ ਹੋਏ ਨੇ ਗੁਰਮਤ ਦੀ ਵਿਦਿਆ ਦੇਣ ਵਾਸਤੇ, ਉਹ ਕਿਉਂ ਖਾਲੀ ਹੁੰਦੇ ਜਾ ਰਹੇ ਆ, ਕਿਉਂ ਘਟਦੇ ਜਾ ਰਹੇ ਨੇ ਉਸ ਪਾਸੇ? ਕਿਉਂਕਿ ਰੁਝਾਨ ਹੋਰ ਪਾਸੇ ਹੋ ਗਿਆ, ਧਿਆਨ ਸਾਡੇ ਬੱਚਿਆਂ ਦਾ ਹੋਰ ਪਾਸੇ ਹੋ ਗਿਆ। ਇਸ ਲਈ ਗੁਰੂ ਅੰਗਦ ਦੇਵ ਮਹਾਰਾਜ ਨੇ ਜਿੱਥੇ ਬੱਚਿਆਂ ਨੂੰ ਗੁਰਮੁਖੀ ਅੱਖਰ ਸਿਖਾਏ, ਉੱਥੇ ਫਿਰ ਬੱਚਿਆਂ ਨੂੰ ਗੁਰੂ ਸਾਹਿਬ ਜੀ ਨੇ ਅਖਾੜਾ, ਜਿਹੜੇ ਨੌਜਵਾਨ ਨੇ ਅੱਜ ਮੱਲ ਅਖਾੜਾ ਅਸਥਾਨ ਬਣਿਆ। ਸਾਹਿਬ ਜੀ ਨੇ ਕਿਹਾ ਆਓ ਨੌਜਵਾਨ, ਉਹਨਾਂ ਨੂੰ ਘੋਲ ਕਰਵਾਉਣੇ, ਕੁਸ਼ਤੀ ਕਰਵਾਉਣੀ, ਤਾਂ ਕਿ ਇਹ ਨਸ਼ੇ ਤੇ ਬੁਰਾਈਆਂ ਵਾਲੇ ਪਾਸੇ ਨਾ ਜਾ ਸਕਣ। ਉਹਦੇ ਨਾਲ ਨਾਲ ਮਹਾਰਾਜ ਨੇ ਭੈੜੀਆਂ ਰੀਤੀਆਂ ਦਾ ਵੀ ਨਾਸ਼ ਕੀਤਾ। ਔਰ ਇੱਕੋ ਇੱਕ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਭਾਈ ਸੱਤਾ ਤੇ ਭਾਈ ਬਲਵੰਡ ਜੀ ਕਹਿੰਦੇ ਆ, ਬਲਵੰਡ ਖੀਵੀ ਨੇਕ ਜਨ, ਮਾਤਾ ਖੀਵੀ ਜੀ ਦਾ ਨਾਮ ਗੁਰੂ ਅੰਗਦ ਸਾਹਿਬ ਜੀ ਦੇ ਘਰੋਂ, ਜਿਨ੍ਹਾਂ ਨੇ ਬੜੇ ਪਿਆਰ ਨਾਲ ਭਿੱਜ ਕੇ
ਲੰਗਰ ਦੀ ਸੇਵਾ ਨਿਭਾਈ। ਤੇ ਜੇ ਕੋਈ ਬੇਟਾਈਮੇ ਆ ਜਾਂਦਾ ਸੀ ਨਾ, ਪ੍ਰਸ਼ਾਦਾ ਨਹੀਂ ਸੀ ਤਿਆਰ ਹੁੰਦਾ, ਤੇ ਮੱਥੇ ਵੱਟ ਪਾ ਕੇ ਖਿੱਚ ਕੇ ਜਵਾਬ ਨਹੀਂ ਸੀ ਦਿੰਦੇ। ਅਸੀਂ ਤੇ ਟੁੱਟ ਕੇ ਪੈਂਦੇ ਆ, ਜਵਾਬ ਨਹੀਂ ਸੀ ਦਿੰਦੇ, ਸਗੋਂ ਹੱਥ ਜੋੜ ਕੇ ਕਹਿੰਦੇ ਸਨ, ਪਿਆਰਿਆ ਬੈਠ ਇੱਥੇ ਤੇ ਵਾਹਿਗੁਰੂ ਦਾ ਜਾਪ ਕਰ, ਮੈਂ ਤੈਨੂੰ ਹੁਣੇ ਪ੍ਰਸ਼ਾਦਾ ਬਣਾ ਕੇ ਲਿਆਉਣੀ ਆ, ਤੂੰ ਬੈਠ ਕੇ ਵਾਹਿਗੁਰੂ ਦਾ ਜਾਪ ਕਰ, ਬੈਠ ਕੇ ਇੱਕ ਓੰਕਾਰ ਨੂੰ ਜਪ, ਜਿੰਨਾ ਚਿਰ ਮੈਂ ਪ੍ਰਸ਼ਾਦਾ ਤਿਆਰ ਕਰਕੇ ਲਿਆਉਣੀ ਆ। ਕਿੰਨੀ ਨਿਮਰਤਾ ਦੀ ਮੂਰਤ ਨੇ ਮਾਤਾ ਖੀਵੀ ਜੀ, ਜਿਨ੍ਹਾਂ ਦਾ ਨਾਮ ਗੁਰੂ ਸਾਹਿਬ ਜੀ ਦੇ ਬਾਣੀ ਵਿੱਚ ਭਾਈ ਸੱਤਾ ਤੇ ਬਲਵੰਡ ਦੀ ਵਾਰ ਵਿੱਚ ਹੈ। ਖੈਰ, ਗੁਰੂ ਸਾਹਿਬ ਜੀ ਮਹਾਰਾਜ ਦਾ ਸਫ਼ਰ 32 ਤੋਂ ਸ਼ੁਰੂ ਹੋਇਆ, 39 ਵਿੱਚ ਜਾ ਕੇ ਬਖਸ਼ਿਸ਼ਾਂ ਮਿਲੀਆਂ। ਫਿਰ 39 ਤੋਂ ਲੈ ਕੇ 1552 ਤੱਕ ਗੁਰੂ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਗੁਰਮਤ ਦਾ, ਸਿੱਖੀ ਦਾ ਪ੍ਰਚਾਰ ਕਰਦਿਆਂ ਹੋਇਆਂ ਅੱਜ ਦੇ ਦਿਨ ਫਿਰ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਦੀ ਅਵਸਥਾ ਦੇ ਮਾਲਕ ਗੁਰੂ ਸਾਹਿਬ ਜੀ ਹੁੰਦੇ ਆ। ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ, ਸਮੇਂ ਦੇ ਵਿੱਚ ਰਹਿੰਦਿਆਂ ਜੋ ਪਾਵਨ ਬਾਣੀ ਦੀ ਵਿਚਾਰ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਹੈ। ਤੇ ਜੋ ਗੁਰੂ ਅਮਰਦਾਸ ਜੀ ਨੇ ਭਗਉਤੀ ਦੀ ਗੱਲ ਕੀਤੀ ਹੈ, ਉਹ ਗੁਣ ਕਿਤੇ ਸਾਡੇ ਅੰਦਰ ਆ ਜਾਏ, ਉਹਦੇ ਲਈ ਅਰਦਾਸ ਕਰੋ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਇਹ ਅਰਦਾਸ ਕਰਦੇ ਰਹੀਏ ਤਾਂ ਕਿ ਗੁਰੂ ਚਰਨਾਂ 'ਚ ਗੁਰਮੁਖਾਂ ਦੀ ਸੰਗਤ ਕਰਦਿਆਂ, ਬਾਣੇ ਤੇ ਬਾਣੀ ਦੇ ਰੰਗ ਵਿੱਚ ਰੰਗਦਿਆਂ ਲੋਕ ਸੁਖੀਏ, ਪ੍ਰਲੋਕ ਸੁਹੇਲੇ ਨਾਨਕ ਹਰਿ ਪ੍ਰਭ, ਆਪੇ ਮੇਲੇ ਵਾਲਾ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਜੀ ਬਖਸ਼ ਦੇਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਤਾਵਤ ਰਾਖੈ ਇਕਤ ਘਰ ਆਣੈ, ਜੀਵਤ ਮਰੈ ਹਰ ਨਾਮ ਵਖਾਣੈ, ਐਸਾ ਭਗਉਤੀ ਉਤਮ ਹੋਏ, ਨਾਨਕ ਸੱਚ ਸਮਾਵੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।